रात जा रही है, रात जा रही है, यूं जैसे चांदनी की बारात जा रही है। चलने को अब फलक से तारों का कारवां है, ऐसे में तू कहाँ है, दुनिया मेरी जवां है। ਤੇ ਸਿਆਣੇ ਲੋਕੀ ਉਹ ਪਛਾਣ ਲੈਂਦੇ ਸੀ ਵੀ ਇਹ ਕੱਚੀ ਰਫਲ ਦੀ ਹੈ ਕਿ ਪੱਕੀ ਦੀ ਹੈ। ਸਾਨੂੰ ਤਾਂ ਪਤਾ ਨਹੀਂ ਕੀ ਹੁੰਦੀ ਕੱਚੀ ਪੱਕੀ। ਉਧਰੋਂ ਨਾਰਾ ਤਕਬੀਰ ਅੱਲਾਹੁ ਅਕਬਰ, ਇਧਰੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤੇ ਅੱਜ ਮੈਂ ਆਇਆ ਜੀ ਗੁਰਦਾਸਪੁਰ। ਇਹ ਮਾਝੇ ਦਾ ਇੱਕ ਮਹੱਤਵਪੂਰਨ ਸ਼ਹਿਰ ਹੈ ਜੀ। ਗੁਰਦਾਸਪੁਰ ਦੇ ਬਿਲਕੁਲ ਸ਼ਹਿਰ ਦੇ ਵਿੱਚ ਇੱਕ ਪਿੰਡ ਵਸਾਇਆ ਆ ਯੋਗੀ ਸਾਹਿਬ ਨੇ, ਤੇ ਐਡੀ ਖੂਬਸੂਰਤ ਜਗ੍ਹਾ ਨੂੰ ਵੇਖਦਿਆਂ ਮੈਂ ਮਹਿਸੂਸ ਕਰ ਲਿਆ ਵੀ ਇੱਕ ਲੇਖਕ ਦੀ ਜਾਂ ਇੱਕ ਵਧੀਆ ਪਾਠਕ ਦੀ ਜਗ੍ਹਾ ਹੋ ਸਕਦੀ ਆ। ਤੇ ਅੱਜ ਮੈਂ ਇਹਨਾਂ ਨੂੰ ਮਿਲਣ ਆਇਆ ਜੀ 47 ਦੀਆਂ ਗੱਲਾਂ ਸੁਣ ਲਈ। ਤੇ ਬੜੀ ਦੇਰ ਪਹਿਲਾਂ ਇਹਨਾਂ ਨੇ ਮੇਰੀ ਕਹਾਣੀ ਮੱਲੋਂ ਪੜ੍ਹ ਕੇ ਮੇਰੇ ਨਾਲ ਰਾਬਤਾ ਕੀਤਾ ਸੀ। 2-4 ਵਾਰ ਹੋਰ ਗੱਲਾਂ ਹੋਈਆਂ। ਮੈਂ ਇਹਨਾਂ ਦਾ ਹਾਲ ਚਾਲ ਪੁੱਛਦਾ ਰਹਿੰਦਾ ਸੀ, ਲੇਕਿਨ ਮੁਲਾਕਾਤ ਅੱਜ ਪਹਿਲੀ ਵਾਰ ਹੋਈ। ਤੇ ਇੱਕ ਵਾਰ ਆਪਾਂ ਪਹਿਲਾਂ ਵੀ ਮਿਲੇ ਸੀਗੇ ਜੀ, ਜਦੋਂ ਸੁਜਾਨ ਸਿੰਘ ਕਹਾਣੀ ਅਵਾਰਡ ਸੀਗਾ। ਹਾਂ ਮੈਨੂੰ ਮਿਲਿਆ। ਓਹੋ ਠੀਕ ਹੈ ਠੀਕ ਹੈ। ਉਦੋਂ ਤੁਸੀਂ ਇਹ ਕਿੰਨੇ ਸਾਲ ਹੋਏ ਨੇ? ਇਹਨੂੰ 10 ਸਾਲ ਹੋ ਗਏ ਜੀ। ਹਾਂ ਉਹ ਠੀਕ ਹੈ। ਉਹ ਤੇ ਜ਼ਿਲ੍ਹਾ ਸਾਹਿਤ ਕੇਂਦਰ ਮੈਂ ਪ੍ਰਧਾਨ ਹਾਂ ਉਹਦਾ। ਤੇ ਤੁਸੀਂ ਚਲੋ ਜੀ ਮੈਨੂੰ ਮਾਣ ਬਖਸ਼ਿਆ ਸੀ। ਵਾਹ ਵਾਹ ਵਾਹ, ਤੇ ਮੈਨੂੰ ਯਾਦ ਆ ਗਿਆ। ਹਾਂਜੀ ਮੁਲਾਕਾਤ ਹੋਈ ਆ ਜੀ। ਇੱਕ ਮੁਲਾਕਾਤ ਉਦੋਂ ਹੋਈ ਸੀ ਫੰਕਸ਼ਨ ਦੇ ਵਿੱਚ। ਅੱਜ ਮੈਂ ਇਹਨਾਂ ਨੂੰ ਸਪੈਸ਼ਲੀ ਮਿਲਣ ਆਇਆ। ਬਹੁਤ 47 ਦੀਆਂ ਗੱਲਾਂ ਸੁਣ ਲਈ। ਵਾਹ। ਤੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੋਗੀ ਸਾਹਿਬ। ਸਤਿ ਸ੍ਰੀ ਅਕਾਲ। ਤੁਹਾਡਾ ਪੂਰਾ ਨਾਮ ਕੀ ਹੈ ਜੀ? ਮੇਰਾ ਨਾਮ ਜੀ ਕਿਰਪਾਲ ਸਿੰਘ, ਤੇ ਯੋਗੀ ਤਖੱਲਸ ਜਿਹੜਾ ਹੈ ਨਾਲ ਇਹ ਜੁੜਿਆ। ਜਦੋਂ ਮੈਂ ਦਿੱਲੀ ਸਾਂ ਤੇ ਪੰਜਾਬੀ ਸਾਹਿਤ ਸਭਾ ਦੇ ਵਿੱਚ ਜਾਈਦਾ ਸੀ, ਹਰ ਐਤਵਾਰ ਮੀਟਿੰਗ ਹੁੰਦੀ ਸੀ। ਜੀ ਜੀ। ਤਾਂ ਇੱਕ ਸੱਜਣ ਮੈਂਬਰ ਹੋਰ ਸਨ, ਉਹ ਕਿਰਪਾਲ ਸਿੰਘ ਆਜ਼ਾਦ ਸਨ। ਮੈਂ ਨਿਰਾ ਕਿਰਪਾਲ ਸਿੰਘ ਸੀ ਜੀ। ਤਾਂ ਉਹ ਪ੍ਰੋਗਰਾਮ ਅਨੁਸਾਰ ਪਹਿਲੇ ਅਨਾਉਂਸ ਕੀਤਾ ਹੁੰਦਾ ਵੀ ਅੱਜ ਫਲਾਣਾ ਆਦਮੀ ਆਪਣੀ ਰਚਨਾ ਪੜ੍ਹੇਗਾ ਜੀ। ਤਾਂ ਉਹ ਉਡੀਕਦੇ ਪਏ ਨੇ ਤੇ ਮੈਂਬਰ ਕਹਿੰਦੇ ਵੀ ਸ਼ੁਰੂ ਕਿਉਂ ਨਹੀਂ ਕਰਦੇ। ਤਾਂ ਸੈਕਟਰੀ ਸਾਹਿਬ ਨੇ ਕਿਹਾ ਵੀ ਉਹ ਕਿਰਪਾਲ ਸਿੰਘ ਨਹੀਂ ਆਇਆ ਅਜੇ, ਤੇ ਉਹ ਆਉਂਦਾ ਤੇ ਉਹਨੇ ਰਚਨਾ ਪੜ੍ਹਨੀ ਹੈ। ਤਾਂ ਇੱਕ ਸੱਜਣ ਨੇ ਕਿਹਾ ਵੀ ਇਹ ਕਿਰਪਾਲ ਸਿੰਘ ਤੇ ਆ ਬੈਠਾ ਹੈ। ਕਹਿੰਦੇ ਨਹੀਂ, ਮੈਂ ਕਿਰਪਾਲ ਸਿੰਘ ਆਜ਼ਾਦ ਦੀ ਗੱਲ ਕਰਦਾ। ਅੱਛਾ। ਤੇ ਉਹ ਕਹਿੰਦਾ ਵੀ ਇਹ ਗੁਲਾਮ ਹੈ। ਹਾਸਾ ਪੈ ਗਿਆ। ਫਿਰ ਉਹ ਦਵਿੰਦਰ ਸਤਿਆਰਥੀ ਜੀ ਸੀ, ਉਹ ਮੇਰੇ ਬੜੇ ਕਰੀਬੀ ਮਿਹਰਬਾਨ ਸਨ, ਤੇ ਉਹਨਾਂ ਨੇ ਫਿਰ ਕਿਹਾ ਕਿਰਪਾਲ ਸਿੰਘ ਜੀ ਮੈਂ ਤੁਹਾਡਾ ਕੋਈ ਤਖੱਲੁਸ ਰੱਖਣਾ। ਮੈਂ ਕਿਹਾ ਰੱਖ ਦਿਓ। ਫਿਰ ਰੋਜ਼ ਆਉਂਦੇ ਸਨ, ਪ੍ਰੈਸ ਵਿੱਚ ਮਿਲਦੇ ਗਿਲਦੇ ਸੀ। ਤਾਂ ਹਫ਼ਤੇ ਕੁ ਬਾਅਦ ਉਹਨਾਂ ਨੇ ਸੁਜੈਸਟ ਕੀਤਾ ਕਿ ਮੈਂ ਸੁਜੈਸਟ ਕੀ ਉਹਨਾਂ ਨੇ ਦੇ ਹੀ ਦਿੱਤਾ, ਮੇਰੇ ਨਾਲ ਜੋੜ ਦਿੱਤਾ ਕਿ ਅੱਜ ਤੋਂ ਤੁਸੀਂ ਕਿਰਪਾਲ ਸਿੰਘ ਯੋਗੀ। ਅੱਛਾ, ਤੁਹਾਡਾ ਜਿਹੜਾ ਇਹ ਤਖੱਲੁਸ ਆ ਇਹ ਸਤਿਆਰਥੀ ਜੀ ਤੇ ਦਵਿੰਦਰ ਸਤਿਆਰਥੀ। ਵਾਹ ਜੀ ਵਾਹ, ਇਹ ਤੇ ਬਹੁਤ ਮਾਣ ਵਾਲੀ ਗੱਲ ਹੈ ਜੀ। ਹਾਂ। ਤੇ ਇਹ ਜਿਹੜਾ ਯੋਗੀ ਤਖੱਲੁਸ ਮਿਲਿਆ ਤੁਹਾਨੂੰ, ਹਾਂਜੀ, ਇਸ ਤਖੱਲੁਸ ਦਾ ਫਿਰ ਤੁਸੀਂ ਕਿੰਨਾ ਕੁ ਮਾਣ ਰੱਖਿਆ? ਹਾਂ, ਉਹ ਅਸਲ 'ਚ ਸਤਿਆਰਥੀ ਜੀ ਤੋਂ ਮੈਂ ਪੁੱਛਿਆ, ਮੈਂ ਵੀ ਤੁਸੀਂ ਇਹ ਨਾਂ 'ਤੇ ਰੱਖ ਦਿੱਤਾ ਹੈ, ਤਖੱਲੁਸ ਦੇ ਦਿੱਤਾ ਹੈ। ਕਹਿੰਦਾ ਮੈਂ ਦੇਖ ਰਿਹਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਕਿਸ ਢੰਗ ਨਾਲ ਕਰ ਰਹੇ ਹੋ। ਵਾਹ। ਤੁਹਾਡੀ ਜਿਹੜੀ ਯੋਗੀ ਉਹ ਹੁੰਦਾ ਜਿਹੜਾ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰ ਸਕੇ। ਵਾਹ। ਤੇ ਤੁਸੀਂ ਇਕਾਗਰ ਕਰਕੇ ਤੇ ਅੱਗੇ ਵਧ ਰਹੇ ਹੋ। ਉਹਨਾਂ ਨੂੰ ਮੈਂ ਆਪਣਾ ਸਾਰਾ ਪਿਛੋਕੜ ਦੱਸਿਆ ਸੀ ਨਾ। ਤੇ ਕਹਿੰਦਾ ਤੁਸੀਂ ਕਿੱਥੋਂ ਚੱਲੇ ਤੇ ਕਿੱਥੇ ਪਹੁੰਚੇ ਤੇ ਅਜੇ ਤੁਸੀਂ ਹੋਰ ਅੱਗੇ ਜਾਣਾ, ਮੈਂ ਦੇਖ ਰਿਹਾ ਵਾਂ। ਵਾਹ ਜੀ ਵਾਹ। ਤੇ ਇਸ ਕਰਕੇ ਮੈਂ ਢੁਕਵਾਂ ਤਖੱਲੁਸ ਤੁਹਾਨੂੰ ਦਿੱਤਾ ਹੈ। ਵਾਕਈ ਢੁਕਵਾਂ ਦਿੱਤਾ ਜੀ। ਅੱਛਾ, ਜਨਮ ਕਿੱਥੇ ਹੋਇਆ ਸੀ ਯੋਗੀ ਸਾਹਿਬ? ਜਨਮ ਜੀ ਤਰਨਤਾਰਨ ਖਾਸ ਬਿਲਕੁਲ ਤਰਨਤਾਰਨ। ਉੱਥੇ ਅੱਜ ਵੀ ਉਹ ਮੇਰੇ ਬਾਬੇ ਦੇ ਨਾਂ 'ਤੇ ਚੌਕ ਹੈ, ਚੌਕ ਬਾਬਾ ਭਾਨ ਸਿੰਘ। ਉਸ ਚੌਕ ਦੇ ਵਿੱਚ ਹੇਠਾਂ ਸਾਡੀਆਂ ਦੁਕਾਨਾਂ ਤੇ ਉੱਪਰ ਰਿਹਾਇਸ਼ ਸੀ। ਤਾਂ ਉੱਥੇ
ਰਿਹਾਇਸ਼ ਜਿੱਥੇ ਸੀ ਉੱਥੇ ਮੇਰਾ ਜਨਮ ਹੋਇਆ। ਸਾਡੇ ਨਜ਼ਦੀਕ ਹੀ ਭਾਈ ਮੋਹਨ ਸਿੰਘ ਵੈਦ ਜੀ ਉਹਨਾਂ ਦੀ ਰਿਹਾਇਸ਼ ਸੀ। ਵਾਹ ਜੀ ਵਾਹ। ਇਹ ਸੋ ਤਰਨ ਤਾਰਨ ਦਾ ਮੇਰਾ ਜਨਮ ਹੈ, ਲੇਕਿਨ ਬਹੁਤੀ ਦੇਰ ਉੱਥੇ ਰਹਿਣਾ ਨਸੀਬ ਨਹੀਂ ਹੋਇਆ। ਉਹ ਮੁਕੱਦਰ ਦੀਆਂ ਗੱਲਾਂ ਨੇ। ਨਹੀਂ, ਕੀ ਹੋਇਆ ਕੀ? ਉਹ ਹੋਇਆ ਇਸ ਤਰ੍ਹਾਂ ਕਿ ਜੀ ਮੈਂ 4 ਸਾਲ ਦਾ ਸਾਂ ਕਿ ਮੇਰੇ ਪਿਤਾ ਜੀ ਸੁਰਗਵਾਸ ਹੋ ਗਏ ਤੇ ਆਮਦਨ ਦਾ ਕੋਈ ਸਾਧਨ ਨਹੀਂ ਸੀ। ਇਹ ਮਕਾਨ ਦੇ ਰਿਹਾਇਸ਼ ਦੇ ਹੇਠਾਂ ਦੁਕਾਨ ਸੀ, ਉਹ ਦੁਕਾਨਦਾਰੀ ਕਰਦੇ ਸੀ। ਤਾਂ ਮਗਰੋਂ ਪਤਾ ਲੱਗਾ, ਉਹਨਾਂ ਦੇ ਸੁਰਗਵਾਸ ਹੋਣ ਤੋਂ ਬਾਅਦ ਪਤਾ ਲੱਗਾ ਕਿ ਮਕਾਨ ਵੀ ਗਿਰਵੀ ਰੱਖਿਆ ਸੀ ਉਹਨਾਂ ਨੇ। ਸੋ ਔਖੇ ਸੌਖੇ ਹੋ ਕੇ ਫਿਰ ਉਹ ਮਕਾਨ ਚਲੋ ਗਿਰਵੀ 'ਚ ਉਹ ਛੁਡਾਇਆ। 3000 ਰੁਪਇਆ ਉਹਨਾਂ ਦਿਨਾਂ 'ਚ ਬਹੁਤ ਹੁੰਦਾ ਸੀ। ਬਿਲਕੁਲ। ਤੋ ਸਾਡੇ ਆਮਦਨ ਦਾ ਕੋਈ ਸਾਧਨ ਸੀ। 2 ਭਰਾ, ਇੱਕ ਭਰਾ ਮੇਰੇ ਤੋਂ ਵੱਡਾ, ਇੱਕ ਛੋਟਾ, ਇੱਕ ਵੱਡੀ ਭੈਣ, ਇੱਕ ਛੋਟੀ ਭੈਣ। ਤੋ 5 ਜੀਆਂ ਦੀ ਪਰਵਰਿਸ਼ ਇਕੱਲੀ ਮਾਤਾ ਨੇ ਮਿਹਨਤ ਮਜ਼ਦੂਰੀ ਕਰਕੇ ਕੀਤੀ। ਤੋ ਮੈਂ ਯਾਨੀ ਜਦੋਂ ਕੀਤੀ ਹੈ, ਪ੍ਰਾਇਮਰੀ ਪਾਸ ਕੀਤੀ ਹੈ, ਅੱਗੋਂ ਨਹੀਂ ਪੜ੍ਹ ਸਕਿਆ, ਹਾਲਾਤ ਹੀ ਐਸੇ ਬਣ ਗਏ। ਤਾਂ ਪ੍ਰਾਇਮਰੀ ਪਾਸ ਕਰਨ ਤੋਂ ਬਾਅਦ ਅੰਮ੍ਰਿਤਸਰ ਮੈਂ ਆਪਣੀ ਭੂਆ ਦੇ ਕੋਲ ਚਲਾ ਗਿਆ। ਭੂਆ ਇੱਕ ਕਿਸਮ ਦਾ ਮੈਨੂੰ ਲੈ ਗਈ ਕਿ ਚਲੋ ਮੈਂ ਇਹਨਾਂ ਦਾ ਭਾਰ ਹੌਲਾ ਕਰਾਂ, ਲੇਕਿਨ ਉਹਨੇ ਪੜ੍ਹਾਉਣਾ ਨਹੀਂ ਸੀ। ਇਹ ਮੈਨੂੰ ਪਤਾ ਸੀ ਕਿ ਮੈਨੂੰ ਪੜ੍ਹਾਉਣਾ ਨਹੀਂ ਕਿਸੇ ਨੇ, ਅੱਗੋਂ ਪੜ੍ਹਾਉਣ ਦਾ ਜੀ ਤੇ ਸੀ, ਪੜ੍ਹਨ ਦਾ। ਤਾਂ ਭੂਆ ਦੇ ਲੜਕੇ ਦੀ ਉੱਥੇ ਪ੍ਰਤਾਪ ਬਾਜ਼ਾਰ ਵਿੱਚ ਕਰੋਕਰੀ ਦੀ ਦੁਕਾਨ ਸੀ ਜੀ। ਉੱਥੇ ਮੈਨੂੰ ਉਹ ਮੁੰਡੂ ਦੇ ਤੌਰ ਤੇ ਉਹਨਾਂ ਨੇ ਬਿਠਾ ਦਿੱਤਾ। ਮੁੰਡੂ ਉਹ ਸਫਾਈ ਕਰਨੀ, ਆਏ ਗਾਹਕ ਨੂੰ ਸੌਦਾ ਵਿਖਾਉਣਾ, ਪਾਣੀ ਧਾਣੀ ਪਿਲਾਉਣਾ, ਉਹ ਜੋ ਮਾਲ ਉਹਨੇ ਖਰੀਦਿਆ ਉਹਨੂੰ ਪੈਕ ਕਰ ਦੇਣਾ। ਸੋ ਇਸ ਤਰ੍ਹਾਂ ਉਸ ਦੁਕਾਨ 'ਤੇ ਮੈਂ 5 ਸਾਲ ਨੌਕਰੀ ਕੀਤੀ ਹੈ। ਇਹ ਕਿੰਨੀ ਉਮਰ ਸੀ ਤੁਹਾਡੀ ਜਦੋਂ ਗਏ ਸੀ? ਜਦੋਂ ਉੱਥੇ ਮੈਂ 10 ਸਾਲ ਉਮਰ ਸੀ ਮੇਰੀ। 15 ਸਾਲ ਤੱਕ ਤੁਸੀਂ ਉੱਥੇ ਰਹੇ? ਹਾਂ 15 ਸਾਲ ਤੱਕ। 10 ਸਾਲ ਉਮਰ ਸੀ। ਮੈਨੂੰ ਪੂਰੀ ਤਰ੍ਹਾਂ ਯਾਦ ਹੈ ਕਿ 1942 8 ਅਗਸਤ ਜਿਸ ਦਿਨ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਹੋਈ ਹੈ ਜੀ, ਜਲਿਆਂਵਾਲੇ ਬਾਗ ਵਿੱਚ ਸ਼ਾਮ ਨੂੰ ਜਲਸਾ ਸੀ ਬੜਾ ਵੱਡਾ, ਤੇ ਉਸ ਵੇਲੇ ਉਸ ਮੌਕੇ 'ਤੇ ਮੈਂ ਮੌਜੂਦ ਸਾਂ। ਮੇਰੀ ਉਮਰ 8 ਤੇ 5 13 5 ਦਿਨ 10 ਸਾਲਾਂ ਤੋਂ 5 ਦਿਨ ਘੱਟ ਸੀ ਅਜੇ। ਤੇ ਉੱਥੇ ਮੈਨੂੰ ਅਜੇ ਤੱਕ ਯਾਦ ਆ ਕਿ ਦੀਵਾਰ 'ਤੇ ਬੋਰਡ ਲੱਗਾ, ਉਹ ਜਿਹੜੇ ਇਹਨਾਂ ਨੂੰ ਕੀ ਕਹਿੰਦੇ ਨੇ, ਜਿਹੜੇ ਜਗਮਗ ਕਰਦੇ ਨੇ ਰਾਤ ਨੂੰ, ਕੁਇਟ ਇੰਡੀਆ ਅੰਗਰੇਜ਼ੀ ਵਿੱਚ ਲਿਖਿਆ ਸੀ। ਜਗਮਗ ਕਰਦੇ ਸੀ, ਲੋਕਾਂ ਵਾਸਤੇ ਬੜੀ ਅਟਰੈਕਸ਼ਨ ਸੀ ਵੀ ਹੈ ਇਹ ਕਿਸ ਤਰ੍ਹਾਂ ਜਗਮਗ ਕਰ ਰਹੇ। ਅੱਜ ਕੱਲ੍ਹ ਤੇ ਆਮ ਹੈ ਨਾ, ਉਦੋਂ ਨਹੀਂ ਸੀ। ਤਾਂ ਉਹ ਮੈਂ ਦੇਖਦਾ ਸੀ, ਪੜ੍ਹਨਾ ਨਹੀਂ ਸੀ ਆਉਂਦਾ। ਫਿਰ ਕਿਸੇ ਮੇਰੇ ਸਾਥੀ ਨੇ ਇੱਕ ਸਿਆਣੇ ਮੁੰਡੇ ਨੂੰ ਕਿਹਾ ਵੀ ਇਹ ਕੀ ਲਿਖਿਆ? ਉਹਨੇ ਕਿਹਾ ਵੀ ਕੁਇਟ ਇੰਡੀਆ, ਇਹਦਾ ਮਤਲਬ ਹੈ ਭਾਰਤ ਛੱਡੋ। ਮੈਂ ਕਿਹਾ ਕੌਣ ਛੱਡੇ? ਕਿ ਅੰਗਰੇਜ਼। ਅੱਛਾ, ਅੰਗਰੇਜ਼ਾਂ ਵਾਸਤੇ ਲਿਖਿਆ ਹੈ। ਤੇ ਉੱਥੇ ਥੋੜ੍ਹੀ ਜਿਹੀ ਅਫਵਾਹ ਇਹ ਵੀ ਫੈਲ ਗਈ ਕਿ ਇੱਥੇ ਜਲਿਆਂਵਾਲੇ ਬਾਗ ਵਿੱਚ 1919 ਵਿੱਚ ਅੰਗਰੇਜ਼ਾਂ ਨੇ ਗੋਲੀ ਚਲਾਈ ਸੀ ਜੀ, ਇੰਨੇ ਲੋਕ ਮਾਰੇ ਗਏ ਸਨ। ਤੇ ਹੁਣ ਫੇਰ ਕਹਿ ਰਹੇ ਅੰਗਰੇਜ਼ੋ ਭਾਰਤ ਛੱਡੋ, ਇਹਦਾ ਮਤਲਬ ਹੈ ਗੋਲੀ ਅੱਜ ਫੇਰ ਚੱਲਣੀ। ਜੇ ਐਵੇਂ ਦਹਿਸ਼ਤ ਕ੍ਰੀਏਟ ਕੀਤੀ ਤੇ ਕੁਝ ਲੋਕ ਡਰਪੋਕ ਸੀ, ਚਲੇ ਗਏ। ਤੇ ਅਸੀਂ ਤਾਂ ਖੈਰ ਬੱਚੇ ਸਾਂ, ਅਸੀਂ ਤਾਂ ਵੈਸੇ ਹੀ ਘਰ ਜਾਣਾ ਸੀਗਾ। ਤਾਂ ਉਹ ਬੜੀ ਕਾਮਯਾਬ ਸੁਣਿਆ ਕਿ ਉਹ ਜਿਹੜੀ ਹੈ ਉਹ ਮੀਟਿੰਗ, ਉਹ ਜਲਸਾ ਰਿਹਾ। ਅਗਲੇ ਦਿਨ ਫਿਰ ਉਹ ਰਾਤੋਂ ਰਾਤ ਹੀ ਉਹਨਾਂ ਨੇ ਮਹਾਤਮਾ ਗਾਂਧੀ ਤੇ ਹੋਰ ਨੇਤਾ ਕਰ ਲਏ ਗ੍ਰਿਫਤਾਰ। ਤੇ ਅਗਲੇ ਦਿਨ ਹੜਤਾਲ ਹੋ ਗਈ। ਮੈਨੂੰ ਦੁਕਾਨ ਤੋਂ ਛੁੱਟੀ ਤੇ ਹੜਤਾਲ ਜਲੂਸ ਦੇ ਨਾਲ ਜਲੂਸ ਨਿਕਲਿਆ ਹਾਲ ਬਾਜ਼ਾਰ ਦੇ ਵਿੱਚ, ਨਾਲ ਮੈਂ ਵੀ ਸ਼ਾਮਲ ਹੋ ਗਿਆ। ਤੇ ਹਾਲ ਗੇਟ ਦੇ ਥੋੜ੍ਹਾ ਜਿਹਾ ਅੰਦਰ ਹੈਗੀ ਹੈ ਖੈਰਦੀਨ ਦੀ ਮਸਜਿਦ ਜੀ, ਉਹਦੇ ਨੇੜੇ ਲਾਠੀ ਚਾਰਜ ਹੋਈ। ਜਲੂਸ ਜਿਹੜਾ ਸ਼ਹਿਰ ਤੋਂ ਬਾਹਰ ਜਾ ਰਿਹਾ ਸੀ, ਹਾਲ ਗੇਟ ਅਜੇ ਥੋੜ੍ਹਾ ਜਿਹਾ ਕੁਝ ਫਾਸਲੇ 'ਤੇ ਸੀ, ਲਾਠੀ ਚਾਰਜ ਹੋਈ ਵੀ ਜਲੂਸ ਨੂੰ ਖਿੰਡਾ ਦਿਓ, ਮਾਰੋ ਇਹਨਾਂ ਨੂੰ। ਤਾਂ ਉਸ ਲਾਠੀ ਚਾਰਜ ਵਿੱਚ ਮੈਂ ਤੇ ਮੇਰਾ ਸਾਥੀ ਅਸੀਂ ਹੈਗੇ ਸਾਂ। ਤਾਂ ਇੱਕ ਲਾਠੀ ਮੇਰਾ ਖਿਆਲ ਨਿਸ਼ਾਨ ਅਜੇ ਹੈਗਾ, ਇਹ ਨਿਸ਼ਾਨ ਇਹ ਉਸ ਲਾਠੀ ਦਾ 1942 ਦਾ ਨਿਸ਼ਾਨ ਹੈ। ਤੇ ਉਹ ਖੈਰ ਉਹ ਘਰ ਆ ਕੇ ਤੇ ਕੁੱਟ ਪਈ ਬੜੀ ਵੀ ਤੂੰ ਉੱਥੇ ਕੀ ਲੈਣ। ਮੈਂ ਕਿਹਾ ਨਹੀਂ ਮੈਂ ਨਹੀਂ ਗਿਆ, ਇਹ ਤੇ ਮੈਂ ਡਿੱਗ ਪਿਆ ਸਾਂ ਕਿਤੇ ਤੇ ਸੱਟ ਲੱਗ ਗਈ ਆ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਤੁਸੀਂ ਵੀ ਹਿੱਸਾ ਪਾਇਆ। ਮੈਂ ਕਈਆਂ ਨਾਲ ਮਜ਼ਾਕ ਵਿੱਚ ਕਹਿਣਾ ਹੁੰਦਾ ਕਿ ਯਾਰ ਮੈਂ ਉਹ ਜਿਹੜੀ ਫਰੀडम ਫਾਈਟਰ ਨੂੰ ਮਿਲਦੀ ਹੈ ਪੈਨਸ਼ਨ, ਮੈਂ ਵੀ ਲੈ ਸਕਦਾ। ਤਾਂ ਖੈਰ ਇਹ ਉਹ ਬਚਪਨ ਦੇ ਵਿੱਚ ਜਿੰਨੀ ਕੁ ਸਮਝ ਆਇਆ ਸੀ ਉਹਨਾਂ ਕੁ ਅਸੀਂ ਨਾਅਰੇ ਮਾਰਦੇ ਰਹੇ ਹਾਂ, ਇਨਕਲਾਬ ਜ਼ਿੰਦਾਬਾਦ।
ਇਹ ਅੰਮ੍ਰਿਤਸਰ ਦਾ ਕੀ ਮਾਹੌਲ ਸੀ ਤੁਸੀਂ ਉਹਨਾਂ 5 ਸਾਲਾਂ 'ਚ? ਹਾਂ, ਅੰਮ੍ਰਿਤਸਰ ਜਿਹੜੇ ਕਾਂਗਰਸ ਹੈ ਨਾ, ਇਹਦਾ ਦਬਦਬਾ ਚੰਗਾ ਸੀ, ਜੀ ਕਿਉਂਕਿ ਦੂਸਰੀਆਂ ਪਾਰਟੀਆਂ ਤਾਂ ਉਦੋਂ ਹੁੰਦੀਆਂ ਹੀ ਨਹੀਂ ਸੀ। ਪੋਲੀਟੀਕਲ ਪਾਰਟੀ ਹੋਰ ਜਾਂ ਅਕਾਲੀ ਦਲ ਸੀ, ਪਰ ਉਹ ਇੰਨੀ ਸਰਗਰਮ ਨਹੀਂ ਸੀ। ਮੁਸਲਮਾਨਾਂ ਦੀ ਐਰਾਰ ਪਾਰਟੀ ਸੀ, ਰਾਰ ਉਹ ਵੀ ਐਰਾਰ ਉਹਨਾਂ ਦਾ ਪਾਕਿਸਤਾਨ ਦੀ ਮੰਗ ਉਹਨਾਂ ਨੇ ਕੀਤੀ ਹੈ। ਮੈਨੂੰ ਅੱਜ ਤੱਕ ਯਾਦ ਹੈ, ਜਿਹੜਾ ਕਾਠੀਆਂ ਵਾਲਾ ਬਾਜ਼ਾਰ ਹੈ, ਉੱਥੇ ਇੱਕ ਦੁਕਾਨ ਹੁੰਦੀ ਸੀ, ਸ਼ੇਖ ਅਲਾ ਬਖਸ਼ ਚਰਾਗ ਦੀਨ, ਅੱਛਾ ਉਹਨਾਂ ਦੀ ਨਵਾਰ ਦੀ ਦੁਕਾਨ, ਤੇ ਉਹਨਾਂ ਦੀ ਦੁਕਾਨ ਤੇ ਮਟਕਾ ਪਿਆ ਹੁੰਦਾ ਸੀ ਪਾਣੀ ਦਾ ਭਰਿਆ ਹੈ। ਉੱਥੋਂ ਮੈਨੂੰ ਸਮਝ ਲੱਗੀ ਕਿ ਇਹ ਪਾਣੀ ਦਾ ਭਰਿਆ ਮਟਕਾ ਹੈ, ਇਹ ਇਹਨਾਂ ਦੇ ਆਪਣੇ ਵਾਸਤੇ ਹੈ, ਤੇ ਹਿੰਦੂ ਸਿੱਖ ਕੋਈ ਆਉਂਦਾ ਹੈ ਇਹਨਾਂ ਦੀ ਦੁਕਾਨ ਤੇ ਉਹਨੂੰ ਉਹਦੇ ਚੋਂ ਨਹੀਂ ਪਿਲਾਇਆ ਜਾਂਦਾ, ਯਾਨੀ ਉਹ ਪੀਂਦੇ ਹੀ ਨਹੀਂ ਪੀਂਦੇ ਪਾਣੀ। ਮੁਸਲਮਾਨ ਸਾਡੇ ਹੱਥੋਂ ਪੀ ਲੈਂਦੇ ਸੀ ਤੇ ਅਸੀਂ ਮੁਸਲਮਾਨਾਂ ਦੇ ਹੱਥੋਂ ਨਹੀਂ ਸੀ ਪੀਂਦੇ। ਉਹ ਵੀ ਜਿਹੜਾ ਵਿਅਕਤੀ ਸੀ ਬੜਾ ਸ਼ਰੀਫ ਸੀ, ਅਲਾ ਬਖਸ਼ ਚਰਾਗ ਦੇ ਦੋਵੇਂ ਭਰਾ, ਜੀ ਲੇਕਿਨ ਹਾਲਾਤ ਨੇ ਉਹਨਾਂ ਨੂੰ ਵੀ ਪ੍ਰੋ ਪਾਕਿਸਤਾਨੀ ਬਣਾਉਣ ਤੇ ਮਜਬੂਰ ਕਰ ਦਿੱਤਾ। ਔਰ ਉਹਨਾਂ ਦੀ ਦੁਕਾਨ ਦੇ ਅੱਗੇ ਕੋਈ ਸ਼ਾਇਦ 1945 ਵਿੱਚ ਜਾਂ 46 ਵਿੱਚ ਇਹ ਮੂਵਮੈਂਟ ਸ਼ੁਰੂ ਹੋਈ ਹੈ, ਤੇ ਉਹ ਜਿਹੜਾ ਬੋਰਡ ਇੱਕ ਲੱਗਾ ਸੀ, ਉਹਦੇ ਤੇ ਲਿਖਿਆ ਸੀ, ਅੱਜ ਤੱਕ ਮੈਨੂੰ ਹਾਲਾਂਕਿ ਪ੍ਰੋਜ਼ ਯਾਦ ਨਹੀਂ ਰਹਿੰਦੀ, ਕਵਿਤਾ ਯਾਦ ਰਹਿੰਦੀ ਹੈ। ਜੀ ਜੀ ਉਹਦੀਆਂ 2-4 ਲਾਈਨਾਂ ਮੈਨੂੰ ਯਾਦ ਨੇ। जब कि कायदा अहरार चौधरी अफजल हक साहिब का ये इरशाद है कि ए मुसलमानों, तुम पाकिस्तान की मुखालफत न करना, इसलिए आप सब का फ़र्ज़ है कि उनके हुक्म के मुताबिक अपना कीमती वोट शेख सादिक हुसैन पाकिस्तानी उम्मीदवार को देकर कामयाब बनाएं। ਵਾਹ ਇਹ ਮੈਨੂੰ ਅਜੇ ਤੱਕ, ਕਿਉਂਕਿ ਰੋਜ਼ ਉੱਥੋਂ ਲੰਘਣਾ ਹੁੰਦਾ ਸੀ ਨਾ, ਪ੍ਰਤਾਪ ਬਾਜ਼ਾਰ ਆਉਣਾ ਤੇ ਦਰਬਾਰ ਦੇ ਚੌਕ ਤਰਖਾਣਾ ਵਾਲੀ ਗਲੀ 'ਚ ਘਰ ਸੀ ਸਾਡਾ ਭੂਆ ਦਾ, ਤੇ ਰੋਜ਼ ਲੰਘਣਾ ਤੇ ਉਹ ਮੈਂ ਪੜ੍ਹਦੇ ਰਹਿਣਾ। ਉਰਦੂ ਮੈਂ ਪੜ੍ਹਿਆ ਸੀ, 4 ਜਮਾਤਾਂ ਭਾਵੇਂ ਪਾਸ ਹਾਂ, ਜੀ ਲੇਕਿਨ ਉਰਦੂ ਉਹਨਾਂ ਦਿਨਾਂ 'ਚ ਦੂਸਰੀ ਜਮਾਤ ਤੋਂ ਸ਼ੁਰੂ ਹੋ ਜਾਂਦਾ ਸੀ, ਵਾਹ ਜੀ। ਉਹ ਮੈਂ ਪੜ੍ਹਦਾ ਸੀ, ਅਜੇ ਤੱਕ ਯਾਦ ਹੈ। ਨਾਲੇ ਬਚਪਨ ਦੀ ਜਿਹੜੀ ਯਾਦ ਕੀਤੀ ਹੋਈ ਗੱਲ, ਉਹ ਦਿਲ ਦੀ ਤਖਤੀ ਤੇ ਲਿਖੀ ਉਕਰੀ ਜਾਂਦੀ ਹੈ। ਠੀਕ ਹੈ ਜੀ। ਤੇ ਹੋਰ ਜਿੱਦਾਂ ਕੁਝ ਮਹੱਲੇ ਸੀ, ਕਿਉਂਕਿ ਜਦੋਂ ਅਸੀਂ ਪੜ੍ਹਦੇ ਹਾਂ ਹਾਂਜੀ, ਕਿ ਅੰਮ੍ਰਿਤਸਰ ਦੇ ਵਿੱਚ ਵੀ ਮੁਸਲਮਾਨਾਂ ਦੀ ਗਿਣਤੀ ਵੱਧ ਸੀ, ਸ਼ਾਇਦ 51% ਸੀ। ਹਾਂ ਸ਼ਹਿਰ 'ਚ ਮਤਲਬ ਵੀ ਕਾਫੀ ਮਹੱਲੇ ਸੀ ਬਰਾਬਰ ਦੇ ਹੀ ਸਮਝੋ। ਜੀ। ਤੇ ਅੱਛਾ, ਫਿਰ ਜਿਹੜੀ ਰਿਹਾਇਸ਼ ਵੀ ਸੀ ਨਾ, ਉਹ ਸ਼ਹਿਰ ਦੇ ਵਿੱਚ ਫਰਜ਼ ਕਰੋ ਹੁਣ ਜਿੱਥੇ ਸਾਡਾ ਘਰ ਸੀ ਮੇਰੀ ਭੂਆ ਦਾ, ਤੇ ਉਸ ਤੋਂ 3 ਘਰ ਛੱਡ ਕੇ ਤੇ ਪਰੇ ਉਹਨਾਂ ਦਾ ਹੀ ਅਲਾ ਬਖਸ਼ ਚਰਾਗ ਦੀਨ ਦਾ ਘਰ। ਅੱਛਾ ਅੱਛਾ ਹਾਂ, ਉੱਤੇ ਰੋਜ਼ ਜਦੋਂ ਰੋਜ਼ਿਆਂ ਦੇ ਦਿਨਾਂ 'ਚ ਦੇਖਦੇ ਸਾਂ ਰੌਣਕਾਂ ਲੱਗਦੀਆਂ, ਤੇ ਆਲੇ ਦੁਆਲੇ ਉਹ ਕੋਈ ਕੇਲਾ ਕੋਈ ਸੰਤਰਾ ਸਾਡੇ ਵੱਲ ਵੀ ਸੁੱਟ ਦਿੰਦੇ ਸੀ, ਖਾਓ ਪੀਓ, ਬੜੀ ਸਾਂਝ ਹੁੰਦੀ ਸੀ। ਜੀ। ਪਰ ਇਹ ਤੇ ਜਦੋਂ ਮਜ਼ਹਬੀ ਜਨੂਨ ਦਾ ਜ਼ਹਿਰ ਘੁਲਿਆ ਨਾ, ਉਦੋਂ ਫਿਰ ਇੱਕ ਦੂਸਰੇ ਤੋਂ ਦੂਰ ਹੋਣਾ ਸ਼ੁਰੂ ਹੋ ਅੱਛਾ ਜੀ। ਇਹ ਮਤਲਬ ਅੰਮ੍ਰਿਤਸਰ ਰਹਿੰਦੇ ਤੁਹਾਡਾ ਕੋਈ ਦੋਸਤ ਬਣਿਆ ਮੁਸਲਮਾਨ? ਨਹੀਂ, ਤਰਨਤਾਰਨ ਜਾ ਕੇ ਬਣਿਆ ਹੈ ਤੇ ਤੁਸੀਂ ਦੁਬਾਰਾ ਵਾਪਸ ਗਏ? ਦੁਬਾਰਾ। ਹਾਂ, ਜਾਣਾ ਸੀ ਕਿਉਂਕਿ 15 ਸਾਲ ਦੀ ਉਮਰ 'ਚ ਤੁਸੀਂ ਵਾਪਸ ਚਲ ਗਏ? ਦੇਖੋ ਜੀ, ਅੰਮ੍ਰਿਤਸਰ 1946 ਵਿੱਚ ਮੈਂ ਵਾਪਸ ਚਲਾ ਗਿਆ, ਕਿਉਂਕਿ ਗੜਬੜ ਸ਼ੁਰੂ ਹੋ ਗਈ ਨਾ। ਜੀ। ਤੇ ਅੰਮ੍ਰਿਤਸਰ 'ਚ ਵੈਸੇ ਪਹਿਲਾ ਕਤਲ 5 ਮਾਰਚ 1947 ਨੂੰ ਹੋਇਆ ਸੀ। ਅੱਛਾ ਅੱਛਾ। ਇੱਕ ਢੰਡੋਰਚੀ ਸੀ ਸਿੱਖ, ਉਸ ਦਾ ਕਤਲ ਹੋਇਆ ਸੀ। ਲੇਕਿਨ ਜਿਹੜੀ ਹਾਲਾਤ ਦੇ ਵਿੱਚ ਟੈਨਸ਼ਨ ਸੀ ਉਹ ਸ਼ੁਰੂ ਹੋ ਗਈ ਸੀ, ਕਿਉਂਕਿ ਉਧਰੋਂ ਲਾਹੌਰ, ਰਾਵਲਪਿੰਡੀ, ਗੁਜਰਾਂਵਾਲਾ, ਮੁਲਤਾਨ, ਉਧਰੋਂ ਰਿਫਿਊਜੀ ਆ ਰਹੇ ਸੀ, ਅੱਛਾ, ਆਉਣੇ ਸ਼ੁਰੂ ਹੋ ਗਏ? ਆਉਣੇ ਸ਼ੁਰੂ ਹੋ ਗਏ। ਉਧਰ ਜਿਹੜੀ ਹੈ ਨਾ ਮਾਰ ਤਾੜ ਪਹਿਲੇ ਸ਼ੁਰੂ ਹੋਈ ਹੈ। ਰਾਵਲਪਿੰਡੀ 'ਚ ਖਾਸ ਤੌਰ ਤੇ? ਹਾਂ, ਉਧਰੋਂ ਆਏ। ਤੇ ਹਾਲਾਂਕਿ ਇੰਨੀ ਕਤਲੇਆਮ ਨਹੀਂ ਸੀ ਹੋਈ, ਲੇਕਿਨ ਹਾਲਾਤ ਐਸੇ ਬਣ ਗਏ ਕਿ ਲੋਕਾਂ ਨੂੰ ਘਰ ਘਾਟ ਛੱਡਣ ਵਾਸਤੇ ਮਜਬੂਰ ਹੋਣਾ ਪਿਆ। ਔਰ ਇਹ ਵੀ ਜਦੋਂ ਲੋਕ ਗੱਲਾਂ ਕਰਦੇ ਸੀ ਵੀ ਇਹ ਸਰਟਨ ਹੈ ਕਿ ਉਹ ਇਲਾਕਾ ਜਿਹੜਾ ਹੈ ਉਹ ਪਾਕਿਸਤਾਨ ਹੋਏਗਾ, ਤੇ ਇਹ ਰਾਵੀ ਤੋਂ ਉਰੇ ਦਾ ਇਲਾਕਾ ਇਹ ਹਿੰਦੁਸਤਾਨ ਹੋਏਗਾ, ਤਾਂ ਉਹ ਲੋਕ ਫਿਰ ਆਉਣੇ ਸ਼ੁਰੂ ਹੋ ਗਏ ਸੀ। ਤਾਂ ਮੈਂ 1946 ਵਿੱਚ ਫਿਰ ਅਖੀਰ ਤੇ ਤਰਨਤਾਰਨ ਗਿਆ। ਤੇ ਨਾਲੇ ਹੁਣ ਮੇਰੀ ਸਮੱਸਿਆ ਇਹ ਸੀ ਕਿ ਇੱਥੇ ਜਿਸ ਦੁਕਾਨ ਤੇ ਮੈਂ ਨੌਕਰੀ ਕਰਦਾ ਪਿਆ, ਉਸ ਵੇਲੇ 4 ਕਿ 5 ਰੁਪਏ ਮਹੀਨਾ ਮੈਨੂੰ ਤਨਖਾਹ ਮਿਲਦੀ ਸੀ। ਜੰਗ ਦੇ ਦਿਨ ਸਾਨੂੰ, ਯਾਨੀ ਨਾ ਜੰਗ ਖਤਮ ਹੋ ਚੁੱਕੀ ਸੀ 45 'ਚ, ਹਾਂਜੀ। ਉਹ ਜੰਗ ਖਤਮ ਹੋਈ ਹੈ, ਤੇ 46 'ਚ ਉਹ ਮੈਂ ਛੱਡਿਆ। ਤੇ ਮੇਰੀ ਮਨਸ਼ਾ ਇਹ ਸੀ ਕਿ ਹੁਣ 5 ਰੁਪਏ ਮਹੀਨਾ ਮੈਂ ਇੱਥੇ ਨੌਕਰੀ ਕਰੀ ਜਾਵਾਂ, ਨਾ ਇੱਥੇ ਮੈਂ ਅੱਗੋਂ ਪੜ੍ਹ ਸਕਦਾ, ਨਾ ਇਹ ਮੇਰੀ ਆਮਦਨ 'ਚ ਵਾਧਾ ਹੋ ਸਕਦਾ ਹੈ। ਤੇ ਮੈਂ ਤਰਨਤਾਰਨ ਵਾਪਸ ਚਲਾ ਗਿਆ। ਮੇਰੇ ਵੱਡੇ ਭਰਾ ਜੀ ਤਰਨਤਾਰਨ ਅਨਾਜ ਮੰਡੀ ਦੇ ਵਿੱਚ
ਇੱਕ ਰਿਸ਼ਤੇਦਾਰ ਦੀ ਦੁਕਾਨ ਤੇ ਨੌਕਰੀ ਕਰਦੇ ਸੀ। ਉਹਨਾਂ ਨੇ ਮੈਨੂੰ ਸਮਝਾਇਆ ਕਿ ਦੇਖ ਮੰਡੀ ਵਿੱਚ ਬੜੀ ਰਿਸਪੈਕਟੇਬਲ ਜੌਬ ਹੁੰਦੀ ਹੈ ਮੁਨੀਮ ਦੀ, ਜੀ ਤੇ ਤੈਨੂੰ ਮੁਨੀਮ ਬਣਾ ਦਿੰਦੇ ਆ। ਅੱਛਾ ਤੇ ਮੈਂ ਕਿਹਾ ਮੈਂ ਪੜ੍ਹਿਆ ਨਹੀਂ। ਕਹਿੰਦੇ ਨਹੀਂ ਮੈਂ ਸੁਣ ਪੂਰੀ ਗੱਲ। ਉੱਥੇ ਇੱਕ ਮੁਨੀਮੀ ਦਾ ਸਕੂਲ ਸੀ, ਜੀ ਜੀ ਮਾਸਟਰ ਕਾਂਸ਼ੀ ਰਾਮ ਹੁੰਦੇ ਸਨ, ਤੇ ਉਹ 9 ਮਹੀਨਿਆਂ ਵਿੱਚ ਉਹ ਲੰਡੇ ਜਿਹੜੇ ਹੁੰਦੇ ਨਾ, ਲੰਡਿਆਂ ਦਾ ਮੁਨੀਮੀ ਦਾ ਕੋਰਸ, ਲੰਡੇ ਪਹਾੜੇ ਜੋ ਕੁਛ ਵੀ ਉਹ ਹਿਸਾਬ ਕਿਤਾਬ ਵਾਸਤੇ ਚਾਹੀਦਾ ਹੈ, ਉਹ ਮੈਂ ਕਰ ਲਿਆ। ਜੀ 9 ਮਹੀਨੇ ਗਾਰਦ ਬਾਜ਼ਾਰ ਦੇ ਵਿੱਚ ਸੀ। ਤੇ ਉੱਥੇ ਹਬੀਬ ਨਾਂ ਦਾ ਇੱਕ ਬੜਾ ਖੂਬਸੂਰਤ ਮੁੰਡਾ ਮੁਸਲਮਾਨ, ਉਹ ਮੇਰਾ ਦੋਸਤ ਬਣ ਗਿਆ ਸੀ। ਹਾਂ ਵਾਹ ਜੀ ਵਾਹ, ਉਹ ਵੀ ਸਿੱਖਦਾ ਸੀ ਲੰਡੇ? ਹਾਂਜੀ ਹਾਂ, ਉਹ ਵੀ ਲੰਡੇ ਸੀ। ਉਹਦਾ ਪਿਤਾ ਉਹ ਵੀ ਮੰਡੀ ਵਿੱਚ ਸੀ, ਤੇ ਉਹ ਅਨਾਜ ਗੱਡੇ ਦੇ ਉੱਤੇ ਅਨਾਜ ਢੋਂਦਾ ਸੀ। ਉੱਥੇ ਮੁਸਲਮਾਨ ਜਿਹੜੇ ਸੀ ਨਾ ਆਮ ਤੌਰ 'ਤੇ ਵਿਚਾਰੇ ਉਹ ਛੋਟੇ ਕੰਮ ਹੀ ਕਰਦੇ ਸੀ, ਕੋਈ ਵਪਾਰ ਜਾਂ ਕੋਈ ਕਾਰਖਾਨਾ ਉਹ ਮੁਸਲਮਾਨਾਂ ਦੇ ਵਾਸਤੇ ਨਹੀਂ। ਅੰਮ੍ਰਿਤਸਰ ਤਾਂ ਹੈ ਸਨ, ਹਾਂਜੀ ਲੇਕਿਨ ਤਰਨ ਤਾਰਨ ਵਿਚਾਰੇ ਕਮੀ ਕਮੀਨ ਲੋਕ ਉਹ ਹੀ ਰਹਿੰਦੇ ਸੀ। ਜੀ ਤੋ ਉੱਥੋਂ ਮੈਂ ਉਹ ਜਿਹੜੀ ਹੈ ਮੁਨੀਮੀ ਕੀਤੀ, ਤੇ ਭਰਾ ਜੀ ਮੈਨੂੰ ਲੈ ਗਏ। ਫਿਰ ਜਦੋਂ ਕਰ ਲਈ ਤੇ ਕਾਪੀ ਲੈ ਲਈ, ਪੈਨਸਲ ਲੈ ਲਈ, ਤੇ ਚੱਲ ਮੈਂ ਤੈਨੂੰ ਕਿਸੇ ਦਾ ਸ਼ਾਗਿਰਦ ਬਿਠਾ ਦੇਣਾ, ਤੇ ਫਿਰ ਤੂੰ ਮੁਨੀਮ ਬਣੇਗਾ, ਤੇ ਇਹ ਦੇਖ ਤਕੀਆ ਲੈ ਕੇ ਬੈਠੇਗਾ, ਹਿਸਾਬ ਕਿਤਾਬ ਕਰੇਗਾ। ਉਹ ਪਰ ਚਾਂਸ ਉਹ ਜਿਹਨੂੰ ਜਿਸ ਦਾ ਮੈਂ ਸ਼ਾਗਿਰਦ ਬਣਨਾ ਸੀ, ਉਹ ਕਿਤੇ ਉਸ ਦਿਨ ਅੰਮ੍ਰਿਤਸਰ ਮਾਲਕਾਂ ਨੇ ਭੇਜਿਆ ਸੀ ਉਹਨੂੰ, ਤੇ ਮੈਂ ਬੈਠਾ ਰਿਹਾ ਵਿਹਲਾ, ਬੋਰ ਹੁੰਦਾ, ਕਦੇ ਇੱਧਰ ਜਾ ਕਦੇ ਉੱਧਰ ਜਾ। ਸਾਰਾ ਦਿਨ ਮੈਂ ਦੇਖਾਂ ਉਧਰੋਂ ਗੱਡਾ ਆ ਰਿਹਾ, ਖਲ ਲੱਦੀ ਆ, ਉਹ ਗੱਡਾ ਵੜੇਵਿਆਂ ਦਾ ਜਾ ਰਿਹਾ, ਉੱਥੇ ਜਵਾਰ ਦੀ ਢੇਰੀ ਲੱਗੀ, ਬੋਲੀ ਹੋ ਰਹੀ ਹੈ, ਉੱਥੇ ਹੋਰ ਕੋਈ ਬਾਜਰਾ ਹੈ, ਤੇ ਇੱਧਰ ਤੇਲ ਦੇ ਡਰਮ ਲਾਏ ਜਾ ਰਹੇ ਆ, ਘੱਟਾ ਮਿੱਟੀ ਉੱਡਦਾ ਪਿਆ, ਤੇ ਮਾਹੌਲ ਕੋ ਮੈਨੂੰ ਜਚਿਆ ਨਾ। ਮੈਂ ਇੱਥੇ ਮੈਂ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰਾਂਗਾ। ਮੁਨੀਮ ਤੇ ਠੀਕ ਹੈ ਵੀ ਉੱਥੇ ਬਹਿ ਗਿਆ, ਤੇ ਆਲਾ ਦੁਆਲਾ ਉਹ ਪਤਾ ਨਹੀਂ ਮੈਨੂੰ ਕੀ ਫਤੂਰ ਸੀ ਮੇਰੇ ਦਿਮਾਗ 'ਚ। ਤੇ ਮੈਂ ਉੱਥੋਂ ਕੋਈ ਦੁਪਹਿਰ ਵੇਲੇ ਹੀ ਵਾਪਸ ਆ ਗਿਆ। ਤੇ ਅਗਲੇ ਦਿਨ ਭਰਾ ਜੀ ਕਹਿੰਦੇ ਤੂੰ ਨਾ, ਰਾਤੀ ਕਹਿਣ ਲੱਗੇ ਵੀ ਤੂੰ ਆ ਕਿਉਂ ਗਿਆ? ਮੈਂ ਕਿਹਾ ਜੀ ਮੈਂ ਨਹੀਂ ਇਹ ਕੰਮ ਨਹੀਂ ਕਰਨਾ। ਕਹਿੰਦਾ ਲੱਖ ਲਾਹਨਤ ਹੈ, ਮੈਂ ਤੈਨੂੰ ਪੜ੍ਹਾਇਆ, ਮੁਨੀਮੀ ਦਾ ਕੋਰਸ ਕਰਾਇਆ, ਉਹਨੂੰ ਤੇਰਾ ਬਣਾਇਆ, ਉਹਨੂੰ ਸ਼ੇਰ ਸਿੰਘ ਨੂੰ ਵੀ ਤੂੰ ਉਹਦਾ ਸ਼ਾਗਿਰਦ ਬਣੇਗਾ। ਮੈਂ ਕਿਹਾ ਨਹੀਂ, ਮੈਂ ਉੱਥੋਂ ਦਾ ਮਾਹੌਲ ਮੈਨੂੰ ਨਹੀਂ ਜਚਿਆ, ਮੈਂ ਕੁਝ ਹੋਰ ਕਰਨਾ ਚਾਹੁੰਦਾ। ਖੈਰ ਇੰਨੇ ਚਿਰ ਨੂੰ ਹੌਲੀ ਹੌਲੀ ਉਹ ਹਾਲਾਤ ਹੋਰ ਬਦਲਦੇ ਗਏ, ਤੇ ਪਾਕਿਸਤਾਨ ਦਾ ਰੌਲਾ ਪੈ ਗਿਆ ਜੀ। ਪਾਕਿਸਤਾਨ ਬਣਿਆ ਤੇ ਕਾਰੋਬਾਰ ਸਾਰੇ ਬੰਦ ਹੋ ਗਏ। ਰੋਜ਼ ਕਰਫਿਊ, ਰੋਜ਼ ਅੱਗਜ਼ਨੀ, ਤੋਂ ਕਿਤੇ ਕਤਲੋ ਗਾਰਤ, ਬਹੁਤ ਕੁਛ ਇਹੋ ਜਿਹਾ ਹੁੰਦਾ ਸੀ। ਤੋਂ ਮੈਂ ਮੌਕਾ ਲੱਭਦਾ ਸਾਂ ਕਿ ਕੋਈ ਐਸਾ ਕੰਮ ਮਿਲ ਜਾਏ ਜਿਹਦੇ 'ਚ 4 ਪੈਸੇ ਮੈਨੂੰ ਆਮਦਨ ਹੋ ਜਾਏ, ਘੱਟੋ ਘੱਟ ਮੈਂ ਘਰ ਦੇ ਉੱਤੇ ਬੋਝ ਨਾ ਬਣਾ, ਆਪਣੀ ਰੋਟੀ ਤੇ ਕਮਾ ਸਕਾਂ, ਰੁਪਈਆ ਰੋਜ਼ ਹੀ ਮੈਨੂੰ ਮਿਲ ਜਾਏ ਜੀ। ਤਾਂ ਉਹਨਾਂ ਦਿਨਾਂ ਵਿੱਚ ਕਿਉਂਕਿ ਪਾਕਿਸਤਾਨ ਬਣਨ ਨਾਲ ਜੁਲਾਏ ਜਿਹੜੇ ਚਲੇ ਗਏ ਸੀ, ਉਹ ਚਲੇ ਗਏ ਸੀ ਪਾਕਿਸਤਾਨ। ਤਾਂ ਮੇਰਾ ਛੋਟਾ ਭਰਾ ਉਹ ਇਹਦੀ RSS ਦੀ ਸ਼ਾਖਾ ਵਿੱਚ ਜਾਂਦਾ ਸੀ ਜੀ। ਉਹ ਸ਼ਾਖਾ ਵਾਲਿਆਂ ਦਾ ਆਪਣਾ ਖੱਡੀਆਂ ਦਾ ਕਾਰਖਾਨਾ ਸੀ, ਉਹਨੂੰ ਐਡਜਸਟ ਕੀਤਾ ਸੀ। ਉਹ ਅਸਿਸਟੈਂਟ ਡਿਜ਼ਾਈਨ ਮਾਸਟਰ ਬਣਿਆ ਸੀ, ਮੇਰੇ ਤੋਂ 2 ਸਾਲ ਛੋਟਾ। ਜੀ ਜੀ। ਤੇ ਉਹਨੇ ਫਿਰ ਮੈਨੂੰ ਰਾਏ ਦਿੱਤੀ ਵੀ ਤੂੰ ਖੱਡੀਆਂ ਦਾ ਕੰਮ ਸਿੱਖ, ਰੋਜ਼ ਰੁਪਈਆ 1.5 ਰੁਪਈਆ ਰੋਜ਼ ਤੂੰ ਕਮਾ ਸਕਦਾ ਹੈ। ਤੇ ਉਹਨੇ ਮੈਨੂੰ ਸੌਖਾ ਜਿਹਾ ਕੰਮ, ਜਿਹੜੀ ਬੁਕਰਮ ਹੁੰਦੀ ਹੈ ਨਾ, ਉਹਦੀ ਬੁਣਤੀ ਬਹੁਤ ਸੌਖੀ ਹੈ। 2 ਪੈਰ, ਇੱਕ ਇਹ ਦਬਾਉਣਾ ਬਸ, ਇੱਕ ਹੱਥ 'ਚ ਔਰ ਰਛ ਹੈ, ਉਹਨੂੰ ਰਛ ਕਹਿੰਦੇ ਨਾ, ਇਹ ਹੱਥਾ ਉਹਨੂੰ ਕਰਨਾ। ਮੈਂ ਸਿੱਖ ਗਿਆ ਤੇ ਰੁਪਈਆ 1.5 ਰੁਪਇਆ ਰੋਜ਼ ਕਮਾਈ ਹੋ ਗਈ। ਤੇ ਇਹਦਾ ਮਤਲਬ ਹੈ 25 ਦਿਨ 25 ਤੇ ਮਤਲਬ 30 ਰੁਪਏ ਤੇ ਜ਼ਰੂਰੀ ਮੈਂ ਮਹੀਨੇ ਤੇ ਕਮਾ ਲੈਣਾ। ਜੋ ਮੇਰਾ ਏਮ ਸੀ ਕਿ ਮੈਂ ਰੁਪਈਆ ਰੋਜ਼ ਕਮਾਉਣਾ, ਉਹਨਾਂ ਦਿਨਾਂ 'ਚ ਰੁਪਈਆ ਬਹੁਤ ਸੀ। ਤਾਂ ਖੈਰ ਇਸੇ ਤਰ੍ਹਾਂ ਹੀ ਇਹ ਕੰਮ ਚੱਲਦਾ ਰਿਹਾ। ਤਾਂ ਅੰਮ੍ਰਿਤਸਰ ਤੋਂ ਖੱਡੀਆਂ ਦਾ ਕੰਮ ਜਿਹੜਾ ਨਾ ਉਹ ਕੁਝ ਮੰਦਾ ਪੈ ਗਿਆ। ਤੇ ਮੈਂ ਅੰਮ੍ਰਿਤਸਰ ਦੇ ਕਾਰਖਾਨੇ ਬੜੇ ਸੀ ਖੱਡੀਆਂ ਦੇ, ਕਦੇ ਕਿਸੇ ਕਾਰਖਾਨੇ ਜਾ, ਕੋਈ ਮਹੀਨਾ ਕਿਤੇ ਲਾ, ਮਹੀਨਾ ਕਿਤੇ ਲਾ, ਲੇਕਿਨ ਕੰਮ ਪਰਮਾਨੈਂਟ ਮਿਲਦਾ ਨਹੀਂ ਸੀ। ਇੱਕ ਦਿਨ ਅੰਮ੍ਰਿਤਸਰ ਘੁੰਮਦਿਆਂ ਕਰਮੋ ਡਿਓੜੀ 'ਚ ਮੈਨੂੰ ਮਿਲ ਪਿਆ ਖੱਡੀਆਂ ਦਾ ਹੀ ਇੱਕ ਮੇਰਾ ਦੋਸਤ ਮਨਸਾ ਸਿੰਘ,
ਖੱਡੀਆਂ ਦਾ ਕੰਮ ਉਹਦੇ ਨਾਲ ਮੈਂ ਕਰਦਾ ਸਾਂ। ਉਹ ਕਹਿੰਦਾ ਵੀ ਤੂੰ ਕਿਰਪਾਲ ਸਿੰਘ ਕਿੱਥੇ ਫਿਰਦਾ? ਮੈਂ ਕਿਹਾ ਵੀ ਤੂੰ ਦੱਸ ਕਿਹੜੇ ਕਾਰਖਾਨੇ 'ਚ ਕੰਮ ਕਰਦਾ? ਮੈਂ ਕੰਮ ਲੱਭਦਾ ਪਿਆ। ਉਹ ਕਹਿੰਦਾ ਗੋਲੀ ਮਾਰ ਕਾਰਖਾਨੇ ਨੂੰ, ਮੈਂ ਛੱਡਤਾ ਜਲਾਇਆਂ ਵਾਲਾ ਕੰਮ। ਅੱਛਾ, ਉਹ ਆਪ ਜਲਾਇਆ ਸੀ ਵੈਸੇ। ਕਹਿੰਦਾ ਮੈਂ ਛੱਡਤਾ। ਤੇ ਮੈਂ ਹੁਣ ਕੀ ਕਰਦਾ ਤੂੰ? ਕਹਿੰਦਾ ਮੈਂ ਲਾਲਾ ਧਨੀ ਰਾਮ ਚਾਤਰਕ ਦੇ ਪ੍ਰੈਸ ਵਿੱਚ ਕੰਪੋਜ਼ਿਟਰ ਹਾਂ। ਮੈਂ ਕਿਹਾ ਉਹ ਕੀ ਹੁੰਦਾ ਹੈ? ਕਹਿੰਦਾ ਮੈਂ ਅੱਖਰ ਜੋੜਦਾ ਵਾਂ। ਉਹ ਤੂੰ ਕਰਨਾ ਹੈ ਕੰਮ? ਮੈਂ ਕਿਹਾ ਮੈਂ ਯਾਰ ਅਨਪੜ੍ਹ ਆਦਮੀ ਆ, ਮੈਂ 4 ਜਮਾਤਾਂ ਪਾਸ ਹਾਂ। ਤੇ ਕਹਿੰਦਾ ਮੈਂ ਕਿਹੜੀ BA ਪਾਸ ਕੀਤੀ ਆ, ਤੂੰ ਕਰਨਾ? ਮੈਂ ਕਿਹਾ ਮੈਂ ਸਿਰਫ ਗੁਰਮੁਖੀ ਉਹ ਤੇ ਗੁਰਮੁਖੀ ਦੇ ਤੇ ਅੱਖਰ ਜੋੜਨੇ ਉੱਥੇ। ਉਹ ਮੈਨੂੰ ਲੈ ਗਿਆ ਜੀ, ਉਹਨੇ ਦਿਖਾਇਆ ਸਾਰਾ, ਮੈਨੂੰ ਸਮਝਾਇਆ ਕਿ ਦੇਖ ਇਹ ਜਿਹੜੇ ਛਪ ਜਾਂਦੇ ਆ ਉਹ ਅੱਖਰ ਜਿਹੜੇ ਆ ਨਾ ਉਹ ਇਸ ਤਰ੍ਹਾਂ ਵੱਖ-ਵੱਖ ਖਾਨਿਆਂ 'ਚ ਸੁੱਟਣੇ ਹੁੰਦੇ ਆ। ਇਹ ਪਹਿਲਾਂ ਬੰਦੇ ਨੂੰ ਐਜ਼ ਏ ਡਿਸਟਰੀਬਿਊਟਰ ਕੰਮ ਕਰਨਾ ਪੈਂਦਾ। ਡਿਸਟਰੀਬਿਊਟ ਯਾਨੀ ਵੱਖ-ਵੱਖ ਖਾਨਿਆਂ 'ਚ ਅੱਖਰ ਸੁੱਟਣੇ। ਉਹ ਸਾਰਾ ਸਿਸਟਮ ਸਮਝਾਤਾ ਤੇ ਕਹਿੰਦਾ ਤੂੰ ਰੋਜ਼ ਆ ਜਾ ਕਰ। ਹਫ਼ਤਾ ਕੁ ਮੈਂ ਗਿਆ ਤੇ ਮੈਨੂੰ ਸਭ ਪ੍ਰੈਕਟਿਸ ਹੋ ਗਈ ਡਿਸਟਰੀਬਿਊਸ਼ਨ ਦੀ। ਤੇ ਫਿਰ ਉਹ ਕਹਿਣ ਲੱਗਾ ਵੀ ਹੁਣ ਇਉਂ ਕਰ, ਤੈਨੂੰ ਮੈਂ ਕਿਸੇ ਦਾ ਸ਼ਾਗਿਰਦ ਬਣਾਉਣਾ ਤੇ ਬਕਾਇਦਾ ਮਹੀਨਾ 2 ਮਹੀਨੇ ਤੱਕ ਤੂੰ ਕੰਪੋਜ਼ਿਟਰ ਬਣ ਜਾਏਗਾ, ਫਿਰ ਤੇਰੀ ਤਨਖਾਹ ਵੀ ਲੱਗ ਜਾਏਗੀ। ਉਹ ਫਿਰ ਮੈਨੂੰ ਲੈ ਗਿਆ। ਹਾਂ, ਮੈਂ ਕਿਹਾ ਵੀ ਤੂੰ ਆਪਣਾ ਸ਼ਾਗਿਰਦ ਬਣਾ। ਕਹਿੰਦਾ ਨਾ, ਦੋਸਤੀ ਦੇ ਵਿੱਚ ਉਸਤਾਦੀ ਸ਼ਾਗਿਰਦੀ ਨਹੀਂ ਹੁੰਦੀ। ਬੰਦਾ ਬੜਾ ਇੰਟੈਲੀਜੈਂਟ, ਬਹੁਤ ਵਧੀਆ ਸੀ ਉਹ, ਬੜਾ ਚਮਤਕਾਰੀ ਬੰਦਾ ਜੀ। ਬਾਅਦ ਵਿੱਚ ਉਹਨੇ ਡਰਾਮੇ 'ਚ ਕੰਮ ਕੀਤਾ ਤੇ ਬਹਿ ਜਾ ਕਰਾਤੀ। ਅੱਛਾ, ਉਹ ਵੀ ਤੁਹਾਨੂੰ ਦੱਸਾਂਗਾ। ਉਹ ਲੈ ਗਿਆ ਜਿਹੜਾ NS ਰਤਨ ਦਾ ਨਾਂ ਤੁਸੀਂ ਸੁਣਿਆ ਹੋਣਾ। ਬਿਲਕੁਲ ਜੀ ਬਿਲਕੁਲ, ਡਿਪਟੀ ਕਮਿਸ਼ਨਰ ਰਹੇ ਬਾਅਦ। ਹਾਂ ਯੈਸ, ਉਹ ਐਡਾ ਕੁ ਸੀ ਉਦੋਂ। ਅੱਛਾ, ਉਹਨੂੰ ਅੰਮ੍ਰਿਤਸਰ ਦੀ ਨਹੀਂ, ਅੰਮ੍ਰਿਤਸਰ ਦਾ। ਉਹਦੇ ਪਿਤਾ ਸੀ ਗਿਆਨੀ ਮਹਿੰਦਰ ਸਿੰਘ ਰਤਨ। ਗੁਰੂ ਗ੍ਰੰਥ ਸਾਹਿਬ ਛਾਪਦਾ ਸੀ ਇਹਨਾਂ ਕੋਲ। ਅੱਛਾ, ਮੈਂ ਕੰਪੋਜ਼ ਕਰਦਾ ਰਿਹਾ ਗੁਰੂ ਗ੍ਰੰਥ ਸਾਹਿਬ। ਇਹਨਾਂ ਦਾ ਗੁਰਮਤਿ ਪ੍ਰੈਸ ਸੀ, ਰਾਮਗੜੀਆਂ ਬੁੰਗੇ ਦੇ ਵਿੱਚ ਰਿਹਾਇਸ਼ ਸੀ ਤੇ ਨਾਲ ਹੀ ਪ੍ਰੈਸ। ਇੱਧਰ ਅਖਾੜਾ ਬ੍ਰਹਮ ਬੂਟਾ ਤੇ ਉਹਦੇ ਨਾਲ ਹੀ ਪ੍ਰੈਸ। ਤੇ ਉਹਦੇ ਕੋਲ ਮੈਨੂੰ ਲੈ ਗਿਆ। ਰਮਾ ਰਤਨ ਦਾ ਜਨਮ ਉੱਥੇ ਉਦੋਂ ਹੋਇਆ ਮੇਰੇ ਹੁੰਦਿਆਂ। ਅੱਛਾ, ਤਾਂ ਇਹ ਛੋਟਾ ਜਿਹਾ ਸੀ ਨਰਿੰਦਰ। ਤੇ ਉੱਥੇ ਉਹਨੇ ਗੁਰਦੀਪ ਸਿੰਘ ਨਾਂ ਦੇ ਉਸਤਾਦ ਦਾ ਮੈਨੂੰ ਸ਼ਾਗਿਰਦ ਬਣਾਤਾ। ਉਹਨੇ ਬੜੇ ਪਿਆਰ ਨਾਲ ਦਿਲਾਸਾ ਦਿੱਤਾ ਤੇ ਮੈਨੂੰ ਕੰਮ ਸਿਖਾਇਆ। ਉਹ ਸੱਚਮੁੱਚ 2 ਮਹੀਨੇ ਬਾਅਦ ਮੇਰੀ ਤਨਖਾਹ ਕੋਈ ਮੇਰਾ ਖਿਆਲ ਹੈ 35 ਕੇ 40 ਰੁਪਏ ਲੱਗ ਗਈ। ਤੇ ਬੜੀ ਮੌਜ ਬੜੀ। ਤੇ ਉੱਥੇ ਹੀ ਇਹ ਮਨਸਾ ਸਿੰਘ ਤੇ ਉਹ ਹੋਰ ਕੋਈ ਸਾਥੀ, ਸਾਨੂੰ ਮੌਕਾ ਮਿਲਿਆ। ਜਿਹੜਾ ਡਾਕਟਰ ਆਤਮਜੀਤ ਹੈ ਨਾ, ਨਾਟਕਕਾਰ, ਇਹਦੇ ਪਿਤਾ। ਹਾਂਜੀ, SS ਅਮੂਲ ਹੋਣਾ ਕੋ। ਹਾਂ, ਉਦੋਂ ਇਹਦਾ ਜਨਮ ਨਹੀਂ ਸੀ ਹੋਇਆ ਅਜੇ। ਅੱਛਾ, ਇਹਦਾ ਜਨਮ ਹੋਇਆ 52 ਕੇ 54 'ਚ, ਤੇ ਉਹ ਮੈਂ ਗੱਲ ਕਰਦਾ 49 ਦੀ। ਤੇ ਉਹ ਮਨਸਾ ਸਿੰਘ ਹੀ ਮੈਨੂੰ ਲੈ ਗਿਆ ਅਮੋਲ ਜੀ ਦੇ ਕਾਲਜ, ਪ੍ਰਾਗਦਾਸ ਚੌਕ 'ਚ ਇਹਨਾਂ ਦਾ ਸੀ ਗਿਆਨੀ ਕਾਲਜ, ਨਾਂ ਕੀ ਮੈਂ ਭੁੱਲ ਗਿਆ, ਗਿਆਨੀ ਕਾਲਜ ਸੀ ਜੀ। ਤੇ ਉਹ ਡਰਾਮੇ ਦਾ ਬੜਾ ਸ਼ੌਕ ਰੱਖਦੇ ਸੀ ਇਹਦੇ ਪਿਤਾ ਜੀ। ਤੇ ਉਹਦੇ ਉੱਥੇ ਡਰਾਮਾ ਅਸਾਂ ਤਿਆਰ ਕਰ ਰਹੇ ਸੀਗੇ, ਸ਼ਾਮੂ ਸ਼ਾਹ ਆਈ ਸੀ ਨੰਦਾਲਾ। ਉਹਦੇ ਵਿੱਚ ਇਹਨੇ ਮਨਸਾ ਸਿੰਘ ਨੇ ਸ਼ਾਮੂ ਸ਼ਾਹ ਦਾ ਰੋਲ ਕੀਤਾ। ਇਹਦੀ ਸ਼ਕਲ ਹੀ ਐਸੀ ਸੀ। ਤੇ ਮੈਨੂੰ ਕਹਿਣ ਲੱਗੇ ਹੁਣ ਤੂੰ ਬੋਲ ਡਾਇਲਾਗ। ਉਹ ਜਦੋਂ ਮੈਨੂੰ ਬੁਲਾਏ ਡਾਇਲਾਗ, ਤੇ ਉਹ ਤੇ ਕੁੜੀ ਦੇ ਡਾਇਲਾਗ। ਮੈਂ ਕਿਹਾ ਇਹ ਤੇ ਕੁੜੀ ਦੇ, ਆਹੋ ਤੇ ਹੀਰੋਇਨ ਹੈ ਪ੍ਰੋਮਿਲਾ, ਉਹਦੇ ਡਾਇਲਾਗ। ਮੈਂ ਕਿਹਾ ਨਾ, ਮੈਂ ਨਹੀਂ ਬੋਲਨੇ। ਫਿਰ ਉਹਨਾਂ ਨੇ ਮੈਨੂੰ ਉਹ ਜੱਜ ਦਾ ਰੋਲ ਦੇ ਦਿੱਤਾ। ਜੱਜ ਦਾ, ਤੇ ਨਾਲ ਡਬਲ ਰੋਲ ਇੱਕ ਹੋਰ ਲਾਲ ਚੰਦ ਸੀ, ਉਹਦਾ ਰੋਲ ਦਿੱਤਾ। ਤਾਂ ਖੈਰ ਮਤਲਬ ਕਹਿਣ ਤੋਂ ਭਾਵ ਇਹ ਹੈ ਕਿ ਪ੍ਰੈਸ ਦਾ ਕੰਮ ਉੱਥੋਂ ਸ਼ੁਰੂ ਕੀਤਾ, ਗੁਰਮਤਿ ਪ੍ਰੈਸ 'ਚੋਂ। ਫਿਰ ਹੌਲੀ ਹੌਲੀ ਕਿਸੇ ਨੇ ਮੱਤ ਦਿੱਤੀ ਕਿ ਜਿੱਥੇ ਕੰਮ ਸਿੱਖਿਆ ਉੱਥੇ ਤਨਖਾਹ ਬਹੁਤੀ ਨਹੀਂ ਲੱਗਦੀ ਹੁੰਦੀ। ਫਿਰ ਉੱਥੇ ਛਿਹਰਟੇ ਤੋਂ ਪਤਾ ਲੱਗਾ ਕਿ ਉੱਥੇ ਪੰਜਾਬੀ ਪੰਚ ਅਖਬਾਰ, ਇੱਕ ਸਪਤਾਹਿਕ ਤੇ ਇੱਕ ਰੋਜ਼ਾਨਾ ਸਿੱਖ, ਇਹ ਪਬਲਿਸ਼ ਹੁੰਦੇ ਆ। ਉੱਥੇ ਮੈਂ ਚਲਾ ਗਿਆ ਤੇ ਉੱਥੇ ਮੇਰੀ ਤਨਖਾਹ ਜੀ 65 ਰੁਪਏ ਲੱਗ ਗਈ। ਮੈਨੂੰ ਮੌਜਾਂ ਬਣ ਗਈਆਂ, ਡਬਲ ਤੋਂ ਹੀ ਵੱਧ ਹੋ ਗਿਆ। ਕਿਆ ਬਾਤ। ਤੇ ਬੜੀ ਮੌਜ ਲੱਗ ਗਈ। ਫਿਰ ਚੰਗੇ ਬੰਦਿਆਂ ਨਾਲ ਵਾਹ ਪਿਆ। ਦਾ ਐਗਰੀਕਲਚਰ ਯੂਨੀਵਰਸਿਟੀ ਦਾ ਰਿਟਾਇਰਡ ਵਾਈਸ ਚਾਂਸਲਰ ਕੰਗ, ਕੀ ਨਾਂ ਸੀ ਉਹਦਾ? ਕੰਗ, ਉਹਦਾ ਨਾਂ ਸੀਗਾ ਜੀ NS ਕੰਗ। ਆਪ ਮੈਨੂੰ ਪੁੱਛਿਆ। ਖੈਰ ਮੈਂ ਉਹਦੇ ਪਿਤਾ ਦੀ ਗੱਲ ਕਰਦਾ। ਉਹਦਾ ਪਿਤਾ ਸੀ ਗੁਰਦਿੱਤ ਸਿੰਘ ਕੰਗ। ਉਹ ਉੱਥੇ ਸੀ ਅਸਿਸਟੈਂਟ ਐਡੀਟਰ ਉਸ ਅਖਬਾਰ ਦਾ। ਛਿਹਰਟੇ। ਤੇ ਮੇਰਾ ਬੜਾ ਪ੍ਰੇਮੀ ਚੰਗਾ ਮਿੱਤਰ, ਕਿਉਂਕਿ ਮੈਂ
ਕੰਪੋਜ਼ਿਟਰ ਸਾਂ ਤੇ ਮੇਰਾ ਤੇ ਉਹਦਾ ਸਿੱਧਾ ਰਾਬਤਾ ਹੁੰਦਾ ਸੀ। ਤੇ ਉਹਨੇ ਮੈਂ ਚੰਗੀਆਂ ਸਾਹਿਤਕ ਰਚਨਾਵਾਂ ਵੀ ਕੰਪੋਜ਼ ਕਰਨੀਆਂ, ਪੰਜਾਬੀ ਪੰਜ ਵਿੱਚ ਛਪਦੀਆਂ ਸੀ। ਉਹਨੇ ਮੈਨੂੰ ਉਤਸ਼ਾਹ ਦਿੱਤਾ ਵੀ ਤੂੰ ਵੀ ਉਹ ਲਿਖਿਆ ਕਰ ਮੁੰਡਿਆ। ਅੱਛਾ। ਮੈਂ ਲਿਖ ਦਿੱਤਾ ਤੇ ਉਹਨੇ ਬੜੇ ਸ਼ੌਕ ਦੇ ਨਾਲ ਉਹ ਕਹਾਣੀ ਮੇਰੀ ਛਾਪ ਦਿੱਤੀ। ਇਹਦਾ ਮਤਲਬ 1949। ਅੱਛਾ, ਤੁਸੀਂ ਪਹਿਲੀ ਕਹਾਣੀ ਲਿਖ ਦਿੱਤੀ ਉਹ? ਹਾਂ 49 ਕਿ ਨਾ 50 ਵਿੱਚ 18 ਸਾਲ ਦੀ ਉਮਰ ਵਿੱਚ ਉਹਨੇ ਕਹਾਣੀ ਮੇਰੀ ਛਾਪੀ। ਅੱਜ ਤੱਕ ਕਟਿੰਗ ਮੇਰੇ ਕੋਲ ਪਈ ਹੋਈ ਹੈ। ਅੱਛਾ, ਹੋਰ ਵੀ ਰਚਨਾਵਾਂ ਛਪੀਆਂ ਪਰ ਉਹ ਮੈਂ ਕਟਿੰਗ ਉਦੋਂ ਕੀ ਪਤਾ ਸੀ ਵੀ ਇਹਨਾਂ ਨੇ ਕਟਿੰਗ ਵੀ ਸੰਭਾਲਣੀਆਂ ਹੁੰਦੀਆਂ, ਰੋਜ਼ ਹੀ ਛਪਦੀਆਂ ਸਨ ਤੇ ਮੈਂ ਕੋਈ ਨਾ ਕੋਈ ਦੇ ਦਿੰਦਾ ਸੀ, ਛਾਪ ਦਿੰਦਾ ਸੀ। ਉੱਥੋਂ ਫਿਰ ਕੁਛ ਥੋੜ੍ਹੀ ਜਿਹੀ ਮਾਲਕ ਨਾਲ ਅਣਬਣ ਹੋ ਗਈ। ਉਹ ਯਾਨੀ ਉਹ ਪੇ ਮਾਸਟਰ ਚੰਗਾ ਨਹੀਂ ਸੀ, ਗੁਰਬਖਸ਼ ਸਿੰਘ ਨਾਰੰਗ। ਮੈਂ ਆਸ਼ਾ ਪ੍ਰੈਸ ਜਲੰਧਰ ਜੁਆਇਨ ਕੀਤਾ। ਇਹ ਕੰਪਨੀ ਬਾਗ ਦਾ ਮੇਨ ਗੇਟ ਉਹਦੇ ਥੋੜ੍ਹਾ ਜਿਹਾ ਸਾਹਮਣੇ ਕਰਕੇ, ਤੇ ਉੱਥੇ ਤੇ ਬੜੀਆਂ ਰੌਣਕਾਂ, ਬੜੇ ਸਾਹਿਤਕਾਰ, ਤੇਰਾ ਸਿੰਘ ਚੰਨ, ਗਿਆਨੀ ਹੀਰਾ ਸਿੰਘ ਦਰਦ, ਹਰਨਾਮ ਦਾਸ ਸਹਿਰਾਈ, ਨਾਟਕਕਾਰ ਹਰਸਰਨ ਸਿੰਘ ਤੇ ਹੋਰ ਕਹਿੰਦੇ ਕਹਾਉਂਦੇ ਲੇਖਕ ਉੱਥੇ ਬੈਠੇ ਰਹਿਣ ਦੇ। ਸਾਰਾ ਦਿਨ ਬਹਿਸਾਂ ਹੁੰਦੀਆਂ, ਸਾਹਿਤਕ ਚਰਚਾ ਹੁੰਦੀ ਤੇ ਮੇਰਾ ਬੜਾ ਹੌਸਲਾ ਵਧਿਆ, ਸਾਹਿਤ ਬਾਰੇ ਗਿਆਨ ਵਧਿਆ। ਫਿਰ ਨਾਲੇ ਕੰਪੋਜ਼ ਕਰਨਾ, ਜਿਹੜੀਆਂ ਚੰਗੀਆਂ ਸਾਹਿਤਕ ਰਚਨਾਵਾਂ ਕੰਪੋਜ਼ ਕਰਦਿਆਂ ਬੜੀ ਦਿਲਚਸਪੀ ਪੈਦਾ ਹੁੰਦੀ ਹੈ ਕਿ ਕਾਸ਼ ਅਸੀਂ ਵੀ ਇਹੋ ਜਿਹਾ ਲਿਖੀਏ। ਅੱਛਾ, ਉੱਥੇ 2 ਸਾਹਿਤਕ ਮੈਗਜ਼ੀਨ ਛਪਦੇ ਸੀ, ਇੱਕ ਆਸ਼ਾ ਹਫਤਾਵਾਰੀ, ਦੋਨੋਂ ਆਪਣੇ ਸੀ ਉਹਨਾਂ ਦੇ, ਤੇ ਪੰਜਾਬੀ ਸਾਹਿਤ ਇਹ ਮਾਸਿਕ, ਤੇ ਮੇਰੇ ਹੱਥੀਂ ਕੰਪੋਜ਼ ਹੋਣੇ। ਨਾਲ ਕਿਤਾਬਾਂ ਚੰਗੀਆਂ ਜਿਹੜੀਆਂ ਉਹ ਵੀ ਮੇਰੇ ਹੱਥੀਂ ਕੰਪੋਜ਼ ਹੋਣੀਆਂ। ਸੋ 1 ਸਾਲ ਉੱਥੇ ਲਾਇਆ। ਫਿਰ ਦਿਲ ਨੇ ਕਿਹਾ ਵੀ ਚੱਲ ਹੋਰ ਅੱਗੇ। ਦਿੱਲੀ ਨਵਯੁਗ ਪ੍ਰੈਸ ਦੀ ਬੜੀ ਸੋਭਾ ਸੁਣੀ ਸੀ, ਉੱਥੇ ਚਲੇ ਗਏ ਤਾਂ ਨੌਕਰੀ ਮਿਲ ਗਈ। ਜਾਂਦਿਆਂ ਹੀ ਉਹ ਗਿਆਨੀ ਕੁਲਬੀਰ ਸਿੰਘ ਕਾਂਗ ਦੇ ਚਾਚਾ ਜੀ ਗਿਆਨੀ ਜਸਵੰਤ ਸਿੰਘ, ਉਹ ਫੋਰਮੈਨ ਸਰ, ਤੇ ਇੰਟਰਵਿਊ ਲਈ ਉਹਨਾਂ ਨੇ, ਸਾਰੀ ਗੱਲਬਾਤ ਕੀਤੀ ਤੇ ਮੇਰੀ ਸ਼ਕਲ ਸੂਰਤ ਦੇਖ ਕੇ, ਅੱਛਾ ਤੁਸੀਂ ਪੜ੍ਹੇ ਲਿਖੇ, ਮੈਟ੍ਰਿਕ ਤੇ ਪਾਸ ਕੀਤੀ ਹੋਏਗੀ? ਮੈਂ ਕਿਹਾ ਮਹਾਰਾਜ ਮੈਂ ਪ੍ਰਾਇਮਰੀ ਪਾਸ ਹਾਂ। ਅੱਛਾ 5 ਜਮਾਤਾਂ? ਮੈਂ ਕਿਹਾ ਨਹੀਂ 5 ਨਹੀਂ, ਸਾਡੇ ਜ਼ਮਾਨੇ 'ਚ 4 ਜਮਾਤਾਂ ਦੀ ਹੁੰਦੀ ਸੀ, ਮੈਂ 4 ਜਮਾਤਾਂ ਪੜ੍ਹਿਆ। ਤੇ ਤੁਸੀਂ ਦੱਸਿਆ ਵੀ ਫੋਰਮੈਨ ਸੀ ਉੱਥੇ ਆਸ਼ਾ? ਹਾਂ ਮੈਂ ਫੋਰਮੈਨ ਰਿਹਾ ਆਸ਼ਾ ਪ੍ਰੈਸ 'ਚ, ਗੁਰਮਤਿ ਪ੍ਰੈਸ 'ਚ, ਤੇ ਉੱਥੇ ਨਾ ਗੁਰਮਤਿ ਪ੍ਰੈਸ 'ਤੇ ਫੋਰਮੈਨ ਨਹੀਂ ਰਿਹਾ, ਛਿਆਟੇ ਪੰਜਾਬੀ ਪੰਚ ਵਿੱਚ। ਖੈਰ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਵੀ ਚੱਲ ਫਿਰ ਜ਼ਰਾ ਕੰਮ ਕਰਕੇ ਦਿਖਾ। ਤੇ ਆਪ ਉਹ ਪਾਪਾ ਜੀ ਕੋਲ ਬਹਿ ਗਏ ਫਰੀਦ ਸਾਹਿਬ, ਤੇ ਨਾਲ ਮੇਰੇ ਨਾਲ ਗੱਲਾਂ ਕਰਦੇ ਗਏ। ਤੇ ਉਹਨਾਂ ਦੇਖਿਆ ਵੀ ਕੰਮ ਤੇ ਬੜਾ ਅਪ ਟੂ ਡੇਟ ਹੈ, ਬਿਲਕੁਲ ਠੀਕ ਹੈ। ਤੇ ਉਸੇ ਵੇਲੇ ਜੀ 85 ਰੁਪਏ ਮਹੀਨਾ। ਤੇ ਮੈਂ ਕਿਹਾ ਫਿਰ ਕੱਲ ਕਹਦਾ ਤੂੰ ਜੁਆਇਨ ਕਰ ਲਿਆ, ਬਸ ਸ਼ੁਰੂ ਕਰ। ਹਾਜ਼ਰੀ ਪੈ ਗਈ ਤੇਰੀ। ਸੋ ਇਹ 1952 ਦੇ ਜਨਵਰੀ ਮਹੀਨੇ ਦੀ ਗੱਲ ਹੈ। ਤੇ 1961 ਤੱਕ 10 ਸਾਲ ਮੈਂ ਨਵਯੁਗ ਪ੍ਰੈਸ ਵਿੱਚ ਹੀ ਸੇਵਾ ਕੀਤੀ ਹੈ। ਪਹਿਲੇ ਕੰਪੋਜ਼ਿਟਰ, ਫਿਰ ਗਿਆਨੀ ਜੀ ਦੇ ਜਾਣ ਤੋਂ ਬਾਅਦ ਫੋਰਮੈਨ, ਫਿਰ ਉਸ ਤੋਂ ਬਾਅਦ 1958 ਵਿੱਚ ਆਰਸੀ ਮੈਗਜ਼ੀਨ ਸ਼ੁਰੂ ਕੀਤਾ। ਉਹ ਸਾਡੇ ਹੱਥੋਂ ਹੀ ਸ਼ੁਰੂ ਹੋਇਆ। ਆਰਸੀ ਵਿੱਚ 1 ਸਾਲ ਉਹਨੇ ਕੁਲਬੀਰ ਸਿੰਘ ਕਾਂਗ ਨੇ ਕੀਤਾ ਕੰਮ। ਤਾਂ 59 ਵਿੱਚ ਪਾਪਾ ਜੀ ਨੇ ਕਿਹਾ ਹੁਣ ਤੂੰ ਗ੍ਰੈਜੂਏਟ ਹੋ ਗਿਆ, BA ਪਾਸ ਕਰ ਲਈ ਹੈ, ਤੇ ਹੁਣ ਆਰਸੀ ਦਾ ਕੰਮ ਤੂੰ ਸੰਭਾਲ। ਤੁਸੀਂ ਨਾਲ ਪੜ੍ਹਦੇ ਰਹੇ? ਮੈਂ ਹਾਂ, ਉਹ ਇਸ ਤਰ੍ਹਾਂ ਕਿ ਪਹਿਲੇ ਮੈਂ ਗਿਆਨੀ ਸ਼ੁਰੂ ਕੀਤੀ, ਉਹ ਪਿਆਰਾ ਸਿੰਘ ਦਾਤਾ ਨੇ ਮੇਰੀ ਫੀਸ ਅੱਧੀ ਮੁਆਫ ਕਰਾਤੀ। ਤੁਸੀਂ ਨਾਲ ਫਿਰ ਪੜ੍ਹਾਈ ਜਾਰੀ ਰੱਖੀ? ਹਾਂ ਪੜ੍ਹਾਈ ਮੈਂ ਤੋਂ ਬਾਅਦ ਫਿਰ 5ਵੀਂ 6ਵੀਂ ਉਹ ਕਿਵੇਂ ਕੀਤੀਆਂ ਫਿਰ? ਨਾ ਉਹ ਲੋੜ ਹੀ ਨਹੀਂ। ਉਦੋਂ ਇਹ ਇੱਕ ਸਿਸਟਮ ਸੀ ਪੰਜਾਬ ਯੂਨੀਵਰਸਿਟੀ ਦਾ ਕਿ ਗਿਆਨੀ ਪਾਸ ਕਰ ਲਓ ਤੇ ਉਸ ਤੋਂ ਬਾਅਦ ਮੈਟ੍ਰਿਕ ਇੰਗਲਿਸ਼ ਓਨਲੀ ਜੀ, ਇੰਟਰਮੀਡੀਏਟ ਜਿਹਨੂੰ FA ਕਹਿੰਦੇ ਸੀ ਇੰਗਲਿਸ਼ ਓਨਲੀ, BA ਫਿਰ ਇੰਗਲਿਸ਼ ਕਰਕੇ, ਤੇ ਦੂਸਰਾ ਸਬਜੈਕਟ ਗਿਣਿਆ ਜਾਂਦਾ ਸੀ ਜਿਹੜਾ ਗਿਆਨੀ, ਆਨਰਸ ਇਨ ਪੰਜਾਬੀ, ਤੇ ਤੀਸਰਾ ਉਹ ਮੈਂ ਫਿਲਾਸਫੀ ਰੱਖ ਲਈ। ਅਕੈਡਮੀਆਂ ਸ਼ਾਮ ਨੂੰ ਉੱਥੇ ਆਮ ਮਿਲਦੀਆਂ ਸੀਗੀਆਂ ਤੇ ਕਿਤੇ ਨਾ ਕਿਤੇ ਮੈਂ ਜੁਆਇਨ ਕਰ ਲੈਂਦਾ ਸੀ। ਫਿਰ 59 ਵਿੱਚ ਮੈਂ ਫੁੱਲ ਫਲੈਸ਼ ਗ੍ਰੈਜੂਏਟ ਹੋ ਗਿਆ। ਤੇ ਉੱਧਰੋਂ ਫਿਰ ਮੇਰਾ ਵਿਚਾਰ ਸੀ ਕਿ ਅੱਗੋਂ ਹੁਣ MA ਕਰਨੀ ਹੈ। ਕ੍ਰਿਸ਼ਨਾ ਨਗਰ ਰਹਿੰਦੇ ਆ, ਮੇਰੇ ਗੁਆਂਢ ਵਿੱਚ ਇੱਕ ਸਰਦਾਰ ਸੀ ਬੜਾ, ਬੀਬਾ ਰਾਣਾ, ਬੜਾ ਅਪ ਟੂ ਡੇਟ। ਉਹਨੇ ਆਪਣੇ ਕਮਰੇ ਦੇ ਬਾਹਰ ਨੇਮ ਪਲੇਟ ਲਾਈ ਸੀ ਸੁਰਜੀਤ ਸਿੰਘ BA।
ਅੱਛਾ ਅੱਜ ਕੱਲ੍ਹ ਤਾਂ BA ਕੋਈ ਨਾ ਪੁੱਛਦਾ, ਨਹੀਂ ਉਹਨਾਂ ਦਿਨਾਂ 'ਚ BA ਕੋਈ ਹੁੰਦਾ ਸੀ। ਅਤੇ ਮੇਰੇ ਮਨ ਵਿੱਚ ਹੁੰਦਾ ਸੀ ਕਿ ਹਾਏ ਮੈਂ ਆਪਣੇ ਕਮਰੇ ਦੇ ਬਾਹਰ ਕਿਰਪਾਲ ਸਿੰਘ BA ਲਿਖਾਂ। ਤਾਂ ਖੈਰ BA ਤਾਂ ਹੋ ਗਈ, ਪਰ ਮੇਰੀ ਤਸੱਲੀ ਨਹੀਂ, ਮੈਂ ਕਿਹਾ ਹੁਣ MA ਕਰਨੀ ਹੈ। ਅੱਛਾ, ਚੰਗੇ ਬੰਦੇ ਉੱਥੇ ਮਿਲੇ। ਸਤਿਆਰਥੀ ਜੀ ਦੇ ਖੈਰ ਬਹੁਤ ਚੰਗੇ ਸੀ, ਪਿਆਰਾ ਸਿੰਘ ਸਹਿਰਾਈ, ਪ੍ਰੀਤਮ ਸਿੰਘ ਪੰਛੀ, ਪਿਆਰਾ ਸਿੰਘ ਦਾਤਾ ਅਤੇ ਹੋਰ ਬੜੇ ਸੁਹਿਰਦ ਇਨਸਾਨਾਂ ਨਾਲ ਮੇਰਾ ਵਾਹ ਪਿਆ, ਅਤੇ ਜਿਨ੍ਹਾਂ ਨੇ ਮੈਨੂੰ ਉਤਸ਼ਾਹਿਤ ਕੀਤਾ। ਅਤੇ MA ਵਾਸਤੇ ਉੱਥੇ ਬਿਰਲਾ ਮੰਦਰ ਦੇ ਕੋਲ ਇੱਕ ਕੈਂਪ ਕਾਲਜ ਹੁੰਦਾ ਸੀ। ਕੈਂਪ ਕਾਲਜ ਵਿੱਚ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੇ ਸਾਲਾ ਸਾਹਿਬ, ਪ੍ਰੀਤਮ ਸਿੰਘ ਪਟਿਆਲੇ ਵਾਲੇ, ਹਾਂਜੀ ਪ੍ਰੋਫੈਸਰ ਰਾਮ ਸਿੰਘ, ਬਿਲਕੁਲ ਜੀ ਬਿਲਕੁਲ, ਉਹ ਪੜ੍ਹਾਉਂਦੇ ਸੀ। ਜਿਹੜੇ ਬਾਅਦ ਚ ਚੰਡੀਗੜ੍ਹ ਰਹੇ, ਹਾਂ ਯਸ ਜਿਨ੍ਹਾਂ ਨੇ ਬਹੁਤ ਯਾਤਰਾਵਾਂ ਲਈ। ਆਹਾ ਕਸ਼ਮੀਰ ਤੇ ਕੁੱਲੂ, ਬਸ ਉਹ ਸਾਡੇ ਕੋਲ ਛਪੀ ਹੈ, ਮੈਂ ਮਿਲਿਆ ਜੀ, ਮੈਂ ਕੰਪੋਜ਼ ਕੀਤੀ। ਅੱਛਾ, ਉਹ ਉੱਥੇ ਪੜ੍ਹਾਉਂਦੇ ਸੀ ਕੈਂਪ ਕਾਲਜ ਵਿੱਚ, ਅਤੇ ਮੈਂ ਉਸੇ ਕਸ਼ਮੀਰ ਤੇ ਕੁੱਲੂ ਦੇ ਪ੍ਰੂਫ ਉਹਨਾਂ ਨੂੰ ਦਿਖਾਉਣ ਗਿਆ। ਇਹ ਮੇਰੀ ਡਿਊਟੀ ਹੁੰਦੀ ਸੀ ਨਾ। ਉੱਥੇ ਕੈਂਪ ਕਾਲਜ ਪਹੁੰਚਿਆ ਬਿਰਲਾ ਮੰਦਰ ਦੇ ਕੋਲ, ਅਤੇ ਸਟਾਫ ਰੂਮ 'ਚੋਂ PN ਕਹਿਣ ਲੱਗਾ ਜੀ ਉਹ ਤਾਂ ਪੀਰੀਅਡ ਲੈ ਰਹੇ ਆ। ਮੈਂ ਕਿਹੜੇ ਕਮਰੇ ਫਲਾਣੇ, ਮੈਂ ਪਹੁੰਚ ਗਿਆ, ਡਿਸਟਰਬ ਨਹੀਂ ਕੀਤਾ ਉਹਨਾਂ ਨੂੰ, ਲੇਕਿਨ ਪਹੁੰਚ ਗਿਆ ਅਤੇ ਦਰਵਾਜ਼ਾ ਅੱਧਾ ਖੁੱਲ੍ਹਾ ਸੀ, ਅਤੇ ਖਲੋ ਕੇ ਮੈਂ ਉਹਨਾਂ ਦੀ ਗੱਲਬਾਤ ਸੁਣਦਾ ਵੀ ਲੈਕਚਰ ਦੇ ਰਹੇ ਨੇ। ਲੈਕਚਰ ਦੇ ਰਹੇ, ਅਤੇ ਜਦੋਂ ਸਾਰਾ ਕੁਝ ਖਤਮ ਹੋ ਗਿਆ ਅਤੇ ਮੈਂ ਸੋਚਦਾ ਆਇਆ, ਅਤੇ ਆ ਕੇ ਵਾਪਸ ਮੈਂ ਗੱਲ ਕੀਤੀ ਕਿਸੇ ਦੋਸਤ ਨਾਲ ਹੀ ਵੀ ਇਹ ਕੰਮ ਤਾਂ ਮੈਂ ਵੀ ਕਰ ਸਕਦਾ। ਅਤੇ ਫਿਰ ਸਰਾਈ ਜੀ ਕਹਿਣ ਲੱਗੇ, ਉਹ ਸਾਲਿਆ ਤੈਂ MA ਕੀਤੀ ਆ? ਉਹ ਸਾਲਿਆ ਉਹਨਾਂ ਦਾ ਤਕੀਆ ਕਲਾਮ ਸੀ। ਮੈਂ ਜੀ MA ਕੀਤੀ ਨਹੀਂ, ਪਰ ਜੇ ਮੈਂ ਕਰ ਲਵਾਂ ਅਤੇ ਇਹ ਕੰਮ ਇਹੋ ਜਿਹਾ ਮੈਂ ਕਹਿੰਦਾ ਕਿਉਂ ਨਹੀਂ ਕਰ ਸਕਦਾ, MA ਪਾਸ ਕਰ ਪਹਿਲਾਂ। ਸੋ ਉਹ ਇੱਕ ਕਿਸਮ ਦਾ ਮੇਰੇ ਵਾਸਤੇ ਉਹ ਪ੍ਰੋਫੈਸਰ ਰਾਮ ਸਿੰਘ ਪ੍ਰੇਰਨਾ ਸਰੋਤ ਬਣ ਗਏ। ਤੋਂ ਬਾਅਦ ਵਿੱਚ ਖੈਰ ਕੈਂਪ ਕਾਲਜ ਤੇ ਬੰਦ ਹੋ ਗਿਆ, ਪੰਜਾਬ ਯੂਨੀਵਰਸਿਟੀ ਨੇ ਬੰਦ ਕਰਤਾ, ਅਤੇ ਦਿੱਲੀ ਯੂਨੀਵਰਸਿਟੀ ਨੇ ਆਪਣਾ ਯੂਨੀਵਰਸਿਟੀ ਕੈਂਪਸ ਦੇ ਵਿੱਚ ਈਵਨਿੰਗ ਸ਼ਿਫਟ ਸ਼ੁਰੂ ਕਰ ਦਿੱਤੀ। ਇੱਕ ਦੁਕਾਨ ਬੰਦ ਹੋ ਗਈ ਅਤੇ ਗਾਹਕ ਇੱਧਰ ਆ ਜਾਣਗੇ। ਸੋ ਅਸੀਂ ਉਹ ਜਾਣ ਕਰ ਲਈ। ਇਹ 1959 ਵਿੱਚ। ਅੱਛਾ, ਤੁਹਾਡੇ ਟੀਚਰ ਕਿਹੜੇ ਸੀ ਉਹ? ਡਾਕਟਰ ਸੁਰਿੰਦਰ ਸਿੰਘ ਕੋਹਲੀ ਜੀ, ਵਾਹ। ਦੂਸਰੇ ਪ੍ਰੋਫੈਸਰ ਹਰਚਰਨ ਸਿੰਘ ਨਾਟਕਕਾਰ, ਬਿਲਕੁਲ, ਇਹ ਅਜੇ ਡਾਕਟਰ ਨਹੀਂ ਸਨ ਜੀ, ਅਤੇ ਇਹ ਦੋ ਰੈਗੂਲਰ ਸਨ। ਬਾਕੀ ਪ੍ਰੋਫੈਸਰ ਡਾਕਟਰ ਕਾਲਾ ਸਿੰਘ ਬੇਦੀ ਬੜੇ ਅੱਛੇ ਸਨ, ਵਿਦਵਾਨ। ਫਿਰ ਵਣਜਾਰਾ ਬੇਦੀ, ਇਹ ਵੀ ਤਿਆਰੀਆਂ ਕਰ ਰਿਹਾ ਸੀ, ਉਦੋਂ ਅਜੇ ਡਾਕਟਰ ਨਹੀਂ ਸੀ। ਫਿਰ ਜਿਹੜੀ ਗਾਇਕਾ ਹੈ ਸੀ ਬੀਬੀ ਸੁਰਿੰਦਰ ਕੌਰ, ਉਹਦੇ ਹਸਬੈਂਡ ਸੋਢੀ ਸਾਹਿਬ, ਉਹ ਵੀ ਪੜ੍ਹਾਉਂਦੇ ਰਹੇ ਆ। ਸਵਿੰਦਰ ਸਿੰਘ ਉੱਪਲ, ਉਹ ਪੜ੍ਹਾਉਂਦੇ ਰਹੇ ਨੇ। ਅਤੇ ਸੋ ਇਸ ਤਰ੍ਹਾਂ ਚੰਗੇ ਸਾਨੂੰ ਅਧਿਆਪਕ ਮਤਲਬ ਤੁਸੀਂ ਫਿਰ ਪੋਠੋਹਾਰੀ ਬੋਲੀ ਦੇ ਵਿੱਚ ਗੱਲਾਂ ਸੁਣਦੇ ਰਹੇ? ਹਾਂ ਯਸ ਪੋਠੋਹਾਰੀ, ਹਾਂ ਬਿਲਕੁਲ ਪੋਠੋਹਾਰੀ, ਹਾਂ ਬਿਲਕੁਲ, ਕੁੜੀ ਪੋਠੋਹਾਰ ਦੀ। ਕਿਆ ਤੋ ਫਿਰ ਤੁਸੀਂ MA ਕਰ ਲਈ? MA ਕਰ ਲਈ, ਅਤੇ ਮੇਰਾ ਚੂੰਕਿ ਲੇਖਕਾਂ ਨਾਲ ਵਾਹ, ਸਾਹਿਤਕ ਰਚਨਾਵਾਂ ਨਾਲ ਵਾਹ, ਇਹ ਸਾਰਾ ਹੀ ਕੁਝ ਦੇ ਨਤੀਜੇ ਵਜੋਂ ਮੈਨੂੰ ਫਸਟ ਡਿਵੀਜ਼ਨ ਆ ਗਈ ਮੇਰੀ। ਉਹ ਡਾਕਟਰ ਕੋਹਲੀ ਸਾਹਿਬ ਪਹਿਲੇ ਹੀ ਕਹਿੰਦੇ ਹੁੰਦੇ ਸੀ ਵੀ ਤੇਰੀ ਫਸਟ ਡਿਵੀਜ਼ਨ ਆ ਹੀ ਜਾਣੀ ਹੈ, ਕਿਉਂਕਿ ਇੰਨਾ ਜਿਹੜਾ ਹੈ ਨਾ ਪ੍ਰੈਸ ਦਾ ਕੰਮ, ਇਹ ਬਹੁਤ ਕੁਝ ਸਿਖਾਉਂਦਾ ਹੈ। ਇਹ ਸਿਰਫ ਆਮਦਨ ਦਾ ਜ਼ਰੀਆ ਨਹੀਂ ਸੀ ਮੇਰੇ ਵਾਸਤੇ, ਮੈਂ ਸਿੱਖਿਆ ਬੜਾ ਕੁਝ। ਫਿਰ ਚੰਗੇ ਲੇਖਕਾਂ ਨਾਲ ਰੋਜ਼ ਹੀ ਵਾਸਤਾ ਪੈਣਾ। ਅੰਮ੍ਰਿਤਾ, ਕਰਤਾਰ ਸਿੰਘ ਦੁੱਗਲ, ਫਿਰ ਬਲਵੰਤ ਗਾਰਗੀ, ਉਹਦੇ ਸਾਰੇ ਨਾਟਕ ਮੇਰੇ ਹੱਥੋਂ ਲਿਖੇ ਗਏ। ਉਹ ਉਰਦੂ 'ਚ ਲਿਖਦਾ ਸੀ ਨਾ, ਅਤੇ ਪੰਜਾਬੀ ਲਿਖਣ ਵਾਸਤੇ ਮੈਨੂੰ ਉਹਨੇ ਬੁਲਾਉਣਾ, ਟੈਲੀਫੋਨ ਕਰਨਾ, ਆ ਜਾਵੇ ਕਿਰਪਾਲ ਸਿੰਘ, ਉਹਦੇ ਘਰ ਕਰਜ਼ਨ ਰੋਡ 'ਤੇ, ਉਹ ਮੈਂ ਲਿਖਦੇ ਰਹਿਣਾ। ਕਰਤਾਰ ਸਿੰਘ ਦੁੱਗਲ ਨੂੰ ਡਾਕਟਰ ਰੰਧਾਵਾ ਜੀ ਨੇ ਕੰਮ ਦਿੱਤਾ, ਕਿਤਾਬ ਅਨੁਵਾਦ ਕਰਨਾ ਪੰਜਾਬੀ 'ਚ। ਉਹਨਾਂ ਮੇਰੀ ਸੇਵਾ ਲਈ ਵੀ ਮੈਨੂੰ ਰਾਈਟਰ ਚਾਹੀਦਾ, ਮੈਂ ਬੋਲੀ ਜਾਵਾਂਗਾ ਅੰਗਰੇਜ਼ੀ ਤੋਂ, ਅਤੇ ਉਹ ਲਿਖੀ ਜਾਵੇ। ਮੈਂ ਉੱਥੇ ਜਾਂਦਾ ਰਿਹਾ ਮਹੀਨਾ ਭਰ। ਸੋ ਚੰਗੇ ਲੇਖਕਾਂ ਨਾਲ ਬਹਿਣ ਉੱਠਣ ਹੋਣ ਕਰਕੇ ਮੈਂ ਬਹੁਤ ਕੁਛ ਉਹਨਾਂ ਤੋਂ ਗੇਨ ਕੀਤਾ, ਬਹੁਤ ਕੁਛ ਪ੍ਰਾਪਤ ਕੀਤਾ। ਸੋ ਇਹ ਫਿਰ ਹੈ ਕਿ ਜਦੋਂ MA ਫਸਟ ਡਿਵੀਜ਼ਨ ਆ ਗਈ, ਉਸ ਤੋਂ ਬਾਅਦ ਲੱਕੀਲੀ ਮੈਨੂੰ ਨੌਕਰੀ ਮਿਲ ਗਈ। ਪਹਿਲੇ ਗਵਰਨਮੈਂਟ ਕਾਲਜ ਜੀਂਦ ਗਿਆ, ਉਹ ਟੈਂਪਰੇਰੀ ਸੀਗੀ, ਕਿਉਂਕਿ ਰੈਗੂਲਰ ਬੰਦਾ ਆ ਗਿਆ ਅਤੇ ਮੇਰੀ ਛੁੱਟੀ
ਵੈਸ਼ ਕਾਲਜ ਰੋਹਤਕ ਗਿਆ, ਉੱਥੇ ਨੌਕਰੀ ਮਿਲ ਗਈ। ਔਰ ਮਜ਼ੇ ਦੀ ਗੱਲ ਕਿ ਡਰਾਮੈਟਿਕ ਕਲੱਬ ਦਾ ਚਾਰਜ ਮੈਨੂੰ ਮਿਲ ਗਿਆ, ਸਾਹਿਤ ਸਭਾ ਦਾ ਵੀ ਮਿਲ ਗਿਆ। ਇਹ ਜਿੱਥੇ ਵੀ ਮੈਂ ਜਾਵਾਂ ਇਹ ਮੈਨੂੰ ਮਿਲਦਾ ਹੀ ਹੈ। ਡਰਾਮੈਟਿਕ ਕਲੱਬ ਦੀ ਮੇਰੀ ਪ੍ਰਾਪਤੀ ਉੱਥੋਂ ਦੀ ਇਹ ਹੋਈ ਕਿ ਉਦੋਂ ਹੁੰਦੇ ਸੀ ਨਾਟਕ ਮੁਕਾਬਲੇ ਭਾਸ਼ਾ ਵਿਭਾਗ ਵੱਲੋਂ, ਡਿਸਟ੍ਰਿਕਟ ਲੈਵਲ 'ਤੇ, ਫਿਰ ਜ਼ੋਨਲ ਲੈਵਲ 'ਤੇ। ਤਾਂ ਸਾਡੇ ਕਾਲਜ ਆਇਆ ਅਤੇ ਉਹਨਾਂ 'ਚ ਮੈਨੂੰ ਫੜਾਤੀ ਚਿੱਠੀ ਵੀ ਲਓ ਕਰੋ ਤਿਆਰ। ਅਤੇ ਸਮੱਸਿਆ ਉਹ ਕੋਈ ਡਰਾਮਾ ਤਾਂ ਲੱਭੇ ਨਾ, ਕਾਲਜ ਤਾਂ ਮੁੰਡਿਆਂ ਦਾ, ਅਤੇ ਕੁੜੀ ਜਿੰਨੇ ਵੀ ਨਾਟਕ ਨੇ ਕੁੜੀਆਂ ਤਾਂ ਹੁੰਦੀਆਂ ਵਿੱਚ। ਉਹ ਵਾਈਸ ਪ੍ਰਿੰਸੀਪਲ ਗੁਪਤਾ ਜੀ ਕਹਿੰਦੇ ਉਹ ਤੁਸੀਂ ਸਾਹਿਬ ਆਪੇ ਲਿਖੋ, ਹਾਂ ਤੁਸੀਂ ਰਾਈਟਰ ਹੈਗੇ ਹੋ। ਮੈਂ ਆਪੇ ਨਾਟਕ ਲਿਖਿਆ ਜਿਹਦੇ 'ਚ ਮੁੰਡੇ ਪਾਤਰ ਸਾਰੇ। ਅੱਛਾ, ਅਤੇ ਜਿਹੜੀ ਪ੍ਰਾਪਤੀ ਹੈ ਉਹ ਇਹ ਹੋਈ ਕਿ ਇੱਕ ਮੁੰਡਾ ਸੀ ਸੁਭਾਸ਼ ਗਈ, ਉਹ ਉੱਥੋਂ ਦਾ ਜਿਹੜੀ ਆਲਰੇਡੀ ਨਾਟਕ ਕਲੱਬ ਬਣੀ ਸੀ ਉਹਦਾ ਪ੍ਰਧਾਨ ਸੀ। ਅਤੇ ਉਹ ਗੁਪਤਾ ਜੀ ਨੇ ਮੈਨੂੰ ਕਿਹਾ ਵੀ ਉਹਨੂੰ ਕੰਟੈਕਟ ਕਰ ਲਓ, ਤੁਹਾਨੂੰ ਸਾਰੇ ਪਾਤਰ ਮਿਲਾ ਦੇਗਾ, ਮੁੰਡੇ ਉਹਦੇ ਹੱਥ 'ਚ ਹੈਗੇ ਨੇ। ਅਤੇ ਉਹ ਗਈ ਨੇ ਮੈਨੂੰ ਸਾਰੇ ਮੁੰਡੇ ਮਿਲਾ ਦਿੱਤੇ ਅਤੇ ਉਹਨੂੰ ਮੈਂ ਰੋਲ ਦਿੱਤਾ ਜਿਹੜਾ ਬੜਾ ਮਜ਼ਾਹੀਆ ਜਿਹਾ ਸੀ। ਆਪ ਮੈਂ ਸਰਪੰਚ ਦਾ ਰੋਲ ਕੀਤਾ। ਅਤੇ ਖੈਰ ਮੇਰਾ ਮਤਲਬ ਹੈ ਵੀ ਉਸ ਨੂੰ ਸੁਭਾਸ਼ ਗਈ ਨੂੰ ਆਪਣੇ ਪੰਜਾਬੀ ਨਾਟਕ ਵਿੱਚ ਪਹਿਲੀ ਦਫਾ ਸਟੇਜ 'ਤੇ ਲਿਆਂਦਾ। ਇਹ ਮੈਨੂੰ ਬੜੀ ਖੁਸ਼ੀ ਹੈ। ਉਹ ਕਿੱਥੇ ਦਾ ਕਿੱਥੇ ਪਹੁੰਚ ਗਿਆ। ਵਾਹ ਜੀ ਵਾਹ। ਮੁੜ ਕੇ ਮੁਲਾਕਾਤ ਹੋਈ ਉਹਨਾਂ ਨਾਲ? ਨਾ, ਨਹੀਂ ਹੋਈ। ਮੈਂ ਕਈ ਦਫਾ, ਮੈਨੂੰ ਪਹਿਲਾਂ ਪਤਾ ਹੀ ਨਹੀਂ ਲੱਗਾ। ਉਹ ਤਾਂ ਬਹੁਤ ਦੇਰ ਬਾਅਦ ਇੱਥੇ ਕਿਤੇ ਸਿਨੇਮਾ, ਪਤਾ ਨਹੀਂ ਕਿਹੜੀ ਪਿਕਚਰ ਸੀ, ਅਤੇ ਇਹ ਬੇਟਾ ਮੇਰਾ ਛੋਟਾ ਜਿਹਾ, ਇਹ ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਇਹ ਕੌਣ ਆ ਬੰਦਾ ਬਈ ਐਨਕ ਵਾਲਾ? ਕਹਿੰਦੇ ਪਾਪਾ ਤੁਸੀਂ ਨਹੀਂ ਜਾਣਦੇ, ਇਹ ਸੁਭਾਸ਼ ਗਈ ਹੈ। ਓਹੋ, ਮੈਂ ਕਿਹਾ ਅੱਛਾ ਇਹਦੀ ਸ਼ਕਲ ਮਿਲਦੀ ਉਹੋ ਹੀ ਸੁਭਾਸ਼ ਗਈ ਰੋਹਤਕ ਵਾਲਾ। ਇਹ ਮੈਨੂੰ ਬਾਅਦ 'ਚ ਪਤਾ ਲੱਗਾ। ਅਤੇ ਇਹ ਫਿਰ ਬੜੀ ਬੁਲੰਦੀ 'ਤੇ ਪਹੁੰਚਿਆ ਸੀ। ਕਈ ਦਫਾ ਟੈਲੀਫੋਨ ਵੀ ਕਰਨੇ, ਮੈਸੇਜ ਭੇਜਣੇ, ਕੋਈ ਨਹੀਂ। ਬਹੁਤ ਬਿਜ਼ੀ ਆ, ਅੱਜ ਕੱਲ੍ਹ ਵੀ ਬੜਾ ਬਿਜ਼ੀ ਹੈ। ਅਜੇ ਤੱਕ ਮੇਰੇ ਕੋਲ ਗਰੁੱਪ ਫੋਟੋ ਹੈਗੀ ਆ। ਅੱਛਾ, ਬੈਠਾ ਹੈ ਉਹ ਜਿਹੜਾ ਨਾਟਕ ਵਿੱਚ ਰੋਲ ਕਰਦਾ ਪਿਆ, ਉਹ ਵੀ ਹੈਗੀ ਮੇਰੇ ਕੋਲ ਅਜੇ, ਬਾਈ ਚਾਂਸ ਰਹਿ ਗਈਆਂ। ਤਾਂ ਉੱਥੋਂ ਜੀ 2 ਸਾਲ ਉੱਥੇ ਵੈਸ਼ ਕਾਲਜ ਰੋਹਤਕ ਲਾ ਕੇ 3 ਸਾਲ ਫਿਰ ਉਹ ਸ਼ਿਮਲੇ ਪੋਸਟ ਨਿਕਲੀ SD ਕਾਲਜ 'ਚ, ਅਤੇ ਪਹਾੜਾਂ ਦਾ ਮੈਨੂੰ ਸ਼ੌਕ ਸੀ ਅਤੇ ਮੈਂ ਉੱਥੇ ਚਲਾ ਗਿਆ, ਚੁਣਿਆ ਗਿਆ। 3 ਸਾਲ ਲਾਏ ਅਤੇ ਇਨ ਦਾ ਮੇਨ ਟਾਈਮ ਇੱਕ ਤਾਂ ਪੋਸਟਾਂ ਨਿਕਲੀਆਂ ਪੰਜਾਬ ਗੌਰਮੈਂਟ ਦੀਆਂ। ਇਹ ਵੀ ਮਿਸਿਜ਼ ਨੇ ਕਿਹਾ ਵੀ ਅਪਲਾਈ ਕਰ ਛੱਡੋ, ਅਤੇ ਉਹ ਐਸਾ ਸਬੱਬ ਬਣਿਆ ਕਿ ਉੱਧਰੋਂ ਪੰਜਾਬੀ ਸੂਬਾ ਡਿਕਲੇਅਰ ਹੋ ਗਿਆ ਅਤੇ ਉੱਧਰੋਂ ਮੇਰੀ ਪੋਸਟਿੰਗ ਹੋ ਗਈ। ਇੱਥੋਂ 66 'ਚ ਜੁਆਇਨ ਕੀਤਾ, 90 'ਚ ਰਿਟਾਇਰ ਹੋਇਆ। ਅਤੇ ਉਸ ਤੋਂ ਬਾਅਦ ਫਿਰ 11 ਸਾਲ ਯੂਨੀਵਰਸਿਟੀ ਦਾ ਰੀਜਨਲ ਕੈਂਪਸ ਆ ਉੱਥੇ ਕੀਤਾ, ਯਾਨੀ ਟੋਟਲ 40 ਸਾਲ ਦੀ ਮਿਹਨਤ ਹੋਣਾ ਤਾਂ। ਜਿਹੜੇ ਤੁਹਾਡੇ ਬਾਕੀ ਭਰਾ ਸੀ ਉਹ ਵੀ ਇੱਦਾਂ ਤੁਰੇ ਤੁਹਾਡੇ ਵਾਂਗ? ਹਾਂ, ਯੈਸ। ਉਹਨਾਂ ਨੇ ਵੀ ਮਿਹਨਤ ਕੀਤੀ? ਬਿਲਕੁਲ ਜੀ, ਮੇਰੇ ਵੱਡੇ ਭਰਾ ਨੇ ਬਹੁਤ ਮਿਹਨਤ ਕੀਤੀ ਹੈ। ਉਹਦਾ ਹਾਲਾਂਕਿ ਉਸ ਦੁਕਾਨ 'ਤੇ ਉਹਨੇ ਜੁਆਇਨ ਕੀਤਾ ਸੀ ਐਜ਼ ਤੋਲਾ, ਉਹ ਸਮਾਨ ਤੋਲਦੇ ਆ ਨਾ, ਜੀ, ਤੋਲੇ ਦੇ ਤੌਰ 'ਤੇ ਸ਼ੁਰੂ ਕੀਤਾ। ਲੇਕਿਨ ਹੌਲੀ ਹੌਲੀ ਉਹ ਆਪਣਾ ਉਹਦਾ ਸ਼ੈਲਰ, ਆਪਣਾ ਆੜਤ ਦੀ ਦੁਕਾਨ, ਬਹੁਤ ਤਰੱਕੀ ਕੀਤੀ। ਅਤੇ ਛੋਟਾ ਮੇਰੇ ਤੋਂ ਜਿਹੜਾ ਉਹ ਖੱਡੀਆਂ ਦਾ ਕੰਮ ਕਰਦਾ ਸੀ, ਉਹ ਵੀ ਮੇਰੇ ਮਗਰ ਉਹਨੇ BA ਕਰਕੇ BT ਕੀਤੀ। ਉਹਨਾਂ ਦੇ ਨਾਲ BT ਹੁੰਦੀ ਸੀ ਨਾ, B.Ed ਨਹੀਂ, BT ਕੀਤੀ। ਫਿਰ ਮੇਰੇ ਮਗਰੇ ਹੀ ਉਹਨੇ MA ਕੀਤੀ। ਫਿਰ ਸਕੂਲ 'ਚ ਕੁਛ ਚਿਰ ਸਰਵਿਸ ਕੀਤੀ। ਫਿਰ ਮੇਰੇ ਵਾਂਗ ਹੀ ਕਾਲਜ ਲੈਕਚਰਰ ਸੁਰਜੀਤ ਪਾਤਰ ਦੇ ਨਾਲ ਉਹ ਕਾਲਜ ਲੈਕਚਰਰ ਰਿਹਾ ਇੱਥੇ ਬਾਬੇ ਦੀ ਬੀੜ ਸਾਹਿਬ, ਜਿੱਥੇ ਜੋਗਿੰਦਰ ਕੈਰੋਂ ਅਤੇ ਇਹ ਇਕੱਠੇ ਰਹੇ ਨੇ। ਬਿਲਕੁਲ। ਅਤੇ ਹੁਣ ਉਹਨਾਂ ਦਾ ਕੀ ਸ਼ੁਭ ਨਾਮ? ਹਾਂਜੀ, ਛੋਟੇ ਦਾ ਪ੍ਰੋਫੈਸਰ ਪ੍ਰਕਾਸ਼ ਸਿੰਘ ਸੀ, ਉਹ ਡੈਥ ਹੋ ਚੁੱਕੀ ਹੈ। ਉਹਨੂੰ ਕੈਂਸਰ ਦੀ ਹੋ ਗਈ ਸੀ ਤਕਲੀਫ। ਜੀ। ਅਤੇ ਵੱਡੇ ਤੇ ਉਂਝ ਡੈਥ ਹੋ ਚੁੱਕੀ ਹੈ। ਚਲੋ ਜੀ, ਤੁਹਾਨੂੰ ਇਹ ਵੀ ਇੱਕ ਮਾਣ ਵਾਲੀ ਗੱਲ ਆ ਵੀ ਤੁਸੀਂ ਝੁਕੇ ਨਹੀਂ, ਰੁਕੇ ਨਹੀਂ, ਤੁਰਦੇ ਗਏ। ਤੁਹਾਨੂੰ ਚੰਗੇ ਸਾਥੀ ਚੰਗੇ ਮਿਲੇ, ਬਸ ਇਹ ਵੱਡੀ ਗੱਲ। ਇਸ ਗੱਲ ਦਾ ਮਾਣ ਤਾਂ ਚਲੋ ਬਣਦਾ। ਹੁਣ ਆਪਾਂ ਥੋੜਾ ਜਿਹਾ ਹਾਂਜੀ 47 ਦੀ ਗੱਲ ਵੱਲ ਫਿਰ ਆਈਏ। ਹਾਂਜੀ, ਜਦੋਂ ਪਾਰਟੀਸ਼ਨ ਹੋਈ, ਹਾਂਜੀ, ਜਦੋਂ ਐਲਾਨ ਹੋ ਗਿਆ ਜਾਂ ਉਸ ਤੋਂ ਪਹਿਲਾਂ ਮਾਈਗ੍ਰੇਸ਼ਨ ਸ਼ੁਰੂ ਹੋ ਗਈ, ਹਾਂਜੀ, ਵਾਟਕ ਸ਼ੁਰੂ ਹੋ ਗਈ, ਤੁਸੀਂ ਸੀਗੇ ਅੰਮ੍ਰਿਤਸਰ ਤੋਂ ਨਹੀਂ, ਜਦੋਂ ਐਲਾਨ ਹੋਇਆ ਮੈਂ ਤਰਨਤਾਰਨ ਪਹੁੰਚ ਗਿਆ। ਹਾਂ, ਉੱਥੇ ਦੇ ਹਾਲਾਤ ਦੱਸੋ ਕੀ? ਹਾਂ, ਉੱਥੇ ਇਸ ਤਰ੍ਹਾਂ ਸੀ ਕਿ ਰਾਤ ਦਾ ਜਿਹੜਾ ਰੂਟੀਨ ਸੀ ਨਾ, ਕਿ ਲੋਕਾਂ ਰੋਟੀ ਰਾਟੀ ਖਾ ਕੇ ਕੋਠਿਆਂ ਦੇ ਉੱਪਰ ਛੱਤਾਂ 'ਤੇ ਜਾ ਕੇ ਸੌਂ ਜਾਣਾ। ਕਮਰਿਆਂ ਦੇ ਅੰਦਰ ਸੌਣ ਦਾ ਤਾਂ ਰਿਵਾਜ਼ ਨਹੀਂ ਸੀ ਨਾ, ਪੱਖੇ ਨਹੀਂ ਸੀ, ਬਿਜਲੀ ਤਾਂ ਕਿਸੇ ਘਰ 'ਚ ਹੁੰਦੀ ਸੀ। ਤਾਂ ਛੱਤਾਂ 'ਤੇ ਸੌਣਾ, ਲੇਟਣਾ, ਪੱਖੀਆਂ ਚੱਲਣੀਆਂ, ਪਾਣੀ ਦੀ ਸੁਰਾਹੀ ਰੱਖੀ ਹੈ, ਪੀਵੀ ਜਾਣਾ। ਅਤੇ ਥੋੜ੍ਹੀ ਦੇਰ ਬਾਅਦ ਇੱਧਰ ਉੱਧਰ ਝਾਤੀ ਮਾਰਨੀ ਹੈ ਅਤੇ ਕਿਤੇ ਨਾ ਕਿਤੇ ਕਿਸੇ ਦਸਤੀ ਬੰਬ ਡਿੱਗਾ, ਯਾਨੀ ਸ਼ੁਰੂਆਤ ਦਸਤੀ ਬੰਬ ਤੋਂ ਹੁੰਦੀ ਸੀ। ਜਾਂ ਫਿਰ ਕਿਤੋਂ ਗੋਲੀ ਚੱਲਣ ਦੀ ਆਵਾਜ਼ ਆਉਣੀ ਹੈ
ਤੇ ਸਿਆਣੇ ਲੋਕੀ ਉਹ ਪਛਾਣ ਲੈਂਦੇ ਸੀ ਵੀ ਇਹ ਕੱਚੀ ਰਫਲ ਦੀ ਹੈ ਕਿ ਪੱਕੀ ਦੀ ਹੈ। ਸਾਨੂੰ ਤਾਂ ਪਤਾ ਨਹੀਂ ਕੀ ਹੁੰਦੀ ਕੱਚੀ ਪੱਕੀ, ਤੇ ਚੱਲ ਪਈ ਹੈ। ਤੇ ਮਗਰ ਜਦੋਂ ਫਿਰ ਇੱਕ ਦੋ ਦਸਤੀ ਬੰਬ ਡਿੱਗਣੇ ਆ ਤੇ ਨਾਅਰੇਬਾਜ਼ੀ ਸ਼ੁਰੂ ਹੋਣੀ ਹੈ ਦੋਵੇਂ ਪਾਸਿਓਂ। ਉਧਰੋਂ ਨਾਰਾ ਏ ਤਕਬੀਰ, ਅੱਲਾਹੁ ਅਕਬਰ, ਇੱਧਰੋਂ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅੱਛਾ, ਫਿਰ ਮੁਸਲਮਾਨਾਂ ਦੇ ਹੁਣ ਘਰ ਸਾਡੇ ਨੇੜੇ ਤੇੜੇ, ਵਿਚਕਾਰ ਜੇ 4 ਘਰ ਨੇ ਹਿੰਦੂ ਸਿੱਖਾਂ ਦੇ, ਜਾਂ ਦੁਕਾਨਾਂ ਨੇ ਜਾਂ ਖਾਲੀ ਜਗ੍ਹਾ, ਤੇ ਪਰੇ ਮੁਸਲਮਾਨਾਂ ਦਾ ਪਥਰਾਓ ਇੱਕ ਦੂਜੇ 'ਤੇ ਕਰਨਾ। ਅੱਛਾ, ਇਹ ਵੀ- ਤੁਸੀਂ ਦ੍ਰਿਸ਼ ਇਹ ਵੀ ਰੂਟੀਨ ਸੀਗਾ। ਅੱਛਾ, ਪਥਰਾਓ ਕਰਨਾ, ਚ ਕਿਸੇ ਨੂੰ ਵੱਜਦਾ ਨਹੀਂ ਵੱਜਦਾ, ਲੇਕਿਨ ਆਪਣਾ ਗੁੱਸਾ ਕੱਢੀ ਜਾਣਾ। ਤਾਂ ਇਹ ਰੂਟੀਨ ਸੀ। ਫਿਰ ਹਾਂ, ਅੱਗਾਂ ਲੱਗਣੀਆਂ ਰੋਜ਼, ਕਦੇ ਇੱਧਰ ਲੱਗੀ, ਉੱਧਰ ਲੱਗੀ ਆ, ਅੱਗ ਜ਼ਰੂਰ ਲੱਗਦੀ ਸੀ। ਤਾਂ ਇੱਕ ਰਾਤ ਮੈਨੂੰ ਯਾਦ ਹੈ, ਉਹ ਮੇਰੀ ਆਰਟੀਕਲ ਛਪਿਆ ਵੀ ਸੀ ਕਿ ਅਗਸਤ 47 ਦੀ ਇੱਕ ਸੁਹਾਵਣੀ ਰਾਤ। ਉਹ ਹੈਰਾਨੀ ਹੁੰਦੀ ਕਿ ਅਗਸਤ 47 'ਚ ਤਰਨ ਤਾਰਨ ਜਿਹੜਾ ਬਿਲਕੁਲ ਸਰਹੱਦ ਦੇ ਉੱਤੇ ਹੈ, ਸੁਹਾਵਣੀ ਰਾਤ ਕਿਸ ਤਰ੍ਹਾਂ ਹੋ ਸਕਦੀ? ਰੋਜ਼ ਤਾਂ ਰਾਤ ਨੂੰ ਖੱਪ ਖਾਣਾ ਪੈਂਦਾ। ਉਹ ਅਸੀਂ ਕੋਠਿਆਂ 'ਤੇ ਸੁੱਤੇ ਹਾਂ, ਬੜੀ ਸਫੋਕੇਸ਼ਨ ਬੜੀ ਹੈ, ਹਵਾ ਨਹੀਂ ਚਲਦੀ ਪਈ, ਲੇਕਿਨ ਚਾਂਦਨੀ ਰਾਤ ਹੈ।